ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਬੇਨਤੀ ਦੇ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂ, ਜਿੱਥੇ ਸਤਿਗੁਰੂ ਸਾਹਿਬ ਦਾ ਕੋਟਾਨ ਕੋਟ ਸ਼ੁਕਰਗੁਜ਼ਾਰ ਹਾਂ, ਉੱਥੇ ਸੰਵਾਦ ਵੱਲੋਂ ਪ੍ਰਬੰਧਕ ਵੀਰਾਂ ਦਾ ਵੀ ਰਿਣੀ ਆ, ਜਿਨ੍ਹਾਂ ਨੇ ਵਕਤ ਬ ਵਕਤ ਕੌਮ ਨੂੰ ਕੀ ਚਾਹੀਦਾ, ਕੀ ਹੋ ਰਿਹਾ ਅਤੇ ਕਿਵੇਂ ਹੋਣਾ ਚਾਹੀਦਾ, ਇਸ ਸੰਬੰਧੀ ਸੰਵਾਦ ਰਚਾ ਕੇ ਬਾਰ-ਬਾਰ ਕੌਮ ਨੂੰ ਸੁਚੇਤ ਕਰਨ ਦਾ ਆਪਣਾ ਫਰਜ਼ ਅਦਾ ਕੀਤਾ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਬੇਨਤੀ ਸ਼ੁਰੂ ਕਰਾਂ, 2-3 ਗੱਲਾਂ ਮੈਂ ਪਹਿਲਾਂ ਸੰਖੇਪ ਤੌਰ 'ਤੇ ਕਹਾਂਗਾ, ਜਿਹਨੂੰ ਧਿਆਨ ਵਿੱਚ ਜ਼ਰੂਰ ਰੱਖ ਲੈਣਾ। ਇੱਕ ਤਾਂ ਇਹ ਖਿਆਲ ਵਿੱਚ ਰੱਖਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ ਇੱਕ ਪ੍ਰਬੰਧਕੀ ਸੰਸਥਾ ਹੈ, ਪੰਥ ਨਹੀਂ। ਜਦੋਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਬੰਧਕੀ ਸੰਸਥਾ ਨੂੰ ਪੰਥ ਸਮਝ ਲੈਂਦੇ ਹਾਂ ਅਤੇ ਫਿਰ ਬਹੁਤ ਕੁਝ ਆਪਾਂ ਨੂੰ ਇਸ ਤਰ੍ਹਾਂ ਲੱਗਣ ਲੱਗ ਪੈਂਦਾ, ਆਪਣੀਆਂ ਜਿਹੜੀਆਂ ਸਾਨੂੰ ਜੋ ਚਾਹੀਦਾ ਉਹ ਅਸੀਂ ਪੰਥ ਕੋਲੋਂ ਪ੍ਰਾਪਤ ਕਰਨਾ ਹੁੰਦਾ, ਪਰ ਮੰਗਣ ਪ੍ਰਬੰਧਕਾਂ ਕੋਲੋਂ ਲੱਗ ਪੈਂਦੇ ਹਾਂ ਅਤੇ ਫਿਰ ਉਹ ਗੱਲ ਤਾਲਮੇਲ ਅਨੁਸਾਰ ਠੀਕ ਨਹੀਂ ਬੈਠਦੀ। ਦੂਜੀ ਬੇਨਤੀ ਕਿ ਪੰਥ ਵਿੱਚ ਪਦਵੀਆਂ ਦਾ ਸਤਿਕਾਰ ਨਹੀਂ ਹੈ। ਇਹ ਨਹੀਂ ਹੈ ਕਿ ਪਦਵੀ 'ਤੇ ਬੈਠਾ ਕੋਈ ਵੀ ਬੰਦਾ ਜੋ ਮਰਜ਼ੀ ਬੋਲੀ ਜਾਵੇ, ਚਾਹੇ ਉਹ ਅਕਾਲ ਤਖਤ ਦਾ ਜਥੇਦਾਰ ਹੋਵੇ, ਚਾਹੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਵੇ, ਕੁਛ ਵੀ ਹੋਵੇ। ਇਹ ਅਧਿਕਾਰ ਨਹੀਂ ਹੈ ਵੀ ਫਲਾਨੀ ਪੋਸਟ 'ਤੇ ਬੈਠਾ ਬੰਦਾ ਜੋ ਮਰਜ਼ੀ ਬੋਲੀ ਜਾਵੇ, ਉਹਨੂੰ ਸਭ ਕੁਝ ਜਾਇਜ਼ ਹੈ। ਇੱਥੇ ਪਦਵੀਆਂ ਦੀ ਨੈਤਿਕਤਾ ਨੂੰ ਸਤਿਕਾਰ ਮਿਲਦਾ ਹੈ ਕਿ ਉਸ ਪਦਵੀ 'ਤੇ ਬੈਠ ਕੇ ਕੋਈ ਵਿਅਕਤੀ ਬੋਲ ਕੀ ਰਿਹਾ, ਉਹਦੇ ਨਾਲ ਪੰਥ ਦਾ ਕੀ ਭਲਾ ਹੋ ਰਿਹਾ, ਉਹਦੇ ਨਾਲ ਕੌਮ ਨੂੰ ਕੀ ਪ੍ਰਾਪਤ ਹੋ ਰਿਹਾ। ਅਤੇ ਜੇ ਪਦਵੀਆਂ 'ਤੇ ਬੈਠੇ ਲੋਕ ਨੈਤਿਕਤਾ ਭੁੱਲ ਜਾਣ, ਪੰਥ ਭੁੱਲ ਜਾਣ, ਅਤੇ ਫਿਰ ਆਪਾਂ ਰੋਜ਼ ਵੇਖਦੇ ਹਾਂ ਉਹਨਾਂ ਨਾਲ ਕੀ ਹਸ਼ਰ ਹੁੰਦਾ, ਆਪਾਂ ਰੋਜ਼ ਦੇਖਦੇ ਹੀ ਹਾਂ ਨਾ। ਅਤੇ ਇੱਕ ਚੀਜ਼ ਮੈਂ ਹੋਰ ਸੰਖੇਪ ਤੌਰ 'ਤੇ ਕੁੰਜੀਬੱਧ ਤਰੀਕੇ ਨਾਲ ਜਿਵੇਂ 2 ਦੱਸੀਆਂ, ਤੀਜੀ ਇਹ ਧਿਆਨ ਵਿੱਚ ਰੱਖਣਾ, ਸਿਆਸਤ ਕਦੀ ਧਰਮੀ ਨਹੀਂ ਹੋ ਸਕਦੀ। ਜਿਹੜੀਆਂ ਆਪਾਂ ਪਰੰਪਰਾਵਾਂ ਦੀਆਂ ਗੱਲ ਕਰਦੇ ਹਾਂ, ਇਹ ਧਰਮ ਦੀਆਂ ਪਰੰਪਰਾਵਾਂ ਨੇ। ਜਿੱਥੇ ਵੋਟ ਪੈਣੀ ਹੈ ਉੱਥੇ ਸਿਆਸਤ ਹੋਣੀ ਹੈ। ਵੋਟ ਚਾਹੇ ਗੁਰਦੁਆਰੇ ਦੀ ਪਵੇ, ਚਾਹੇ MLA ਦੀ ਪਵੇ, ਚਾਹੇ MP ਦੀ ਪਵੇ, ਕਿਸੇ ਦੀ ਵੀ ਪਵੇ। ਸਿਆਸਤ ਕਦੇ ਧਰਮੀ ਨਹੀਂ ਹੋ ਸਕਦੀ ਅਤੇ ਧਰਮ ਕਦੀ ਸਿਆਸਤ ਦਾ ਮੁਹਤਾਜ ਵੀ ਨਹੀਂ ਰਹਿ ਸਕਦਾ। ਇਸ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ। ਧਰਮ ਕਿਸੇ ਸਿਆਸਤ ਦਾ ਮੁਹਤਾਜ ਨਹੀਂ। ਬੜੇ ਬੜੇ ਹੁਕਮਰਾਨ ਇਸ ਧਰਤੀ 'ਤੇ ਆਏ, ਉਹਨਾਂ ਨੂੰ ਧਰਮ ਨੂੰ ਆਪਣੇ ਗੋਡੇ ਥੱਲੇ ਦੇਣ ਦਾ ਯਤਨ ਕੀਤਾ, ਪਰੰਤੂ ਦੇ ਨਾ ਸਕੇ, ਦਿੱਤਾ ਵੀ ਨਹੀਂ ਜਾ ਸਕਦਾ। ਇੱਕ ਗੱਲ ਹੋਰ ਧਿਆਨ ਵਿੱਚ ਰੱਖਣਾ, ਕਿਉਂਕਿ ਜਿਵੇਂ ਭੈਣ ਜੀ ਬੋਲ ਕੇ ਗਏ, ਮੇਰਾ ਵੀ ਕਾਫੀ ਤਜਰਬਾ ਇਸ ਖੇਤਰ ਵਿੱਚ ਵਿਚਰਦਿਆਂ, ਪਰ ਇਹ ਦੁੱਖ ਵੀ ਅੱਜ ਮੈਂ ਉਹ ਵੀ ਗੱਲਾਂ ਕਰਾਂਗਾ ਜੋ ਅਸੀਂ ਕਰਨਾ ਚਾਹੁੰਦੇ ਸੀ, ਨਹੀਂ ਕਰ ਸਕੇ, ਲੜ ਭਿੜ ਕੇ ਵੀ ਨਹੀਂ ਕਰ ਸਕੇ, ਉਹ ਵੀ ਗੱਲਾਂ ਕਰਨੀਆਂ ਚਾਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਫੈਸਲੇ ਸੰਗਤ ਨੂੰ ਮੁੱਖ ਰੱਖ ਕੇ ਨਹੀਂ ਹੁੰਦੇ। ਸੰਗਤੀ ਉਦੇਸ਼ ਦੀ ਪ੍ਰਾਪਤੀ ਲਈ ਫੈਸਲੇ ਨਹੀਂ ਹੁੰਦੇ, ਬਲਕਿ ਸ਼ਾਸਕੀ ਫੈਸਲੇ ਹੁੰਦੇ ਨੇ। ਜਿਹੜਾ ਹੁਕਮਰਾਨ ਹੈ ਉਹ ਹੁਕਮ ਦਿੰਦਾ ਕਿ ਆਹ ਹੋਣਾ ਚਾਹੀਦਾ। ਜਿਵੇਂ ਦੱਸਿਆ ਗਿਆ ਨਾ ਨਾਨਕਸ਼ਾਹੀ ਕੈਲੰਡਰ ਦਾ, 3 ਦਿਨ ਆਪਣੇ ਆਪ ਨੂੰ ਵੱਡਾ ਲੀਡਰ ਕਹਾਉਣ ਵਾਲਾ ਮੈਨੂੰ ਫੋਨ ਕਰਦਾ ਰਿਹਾ ਸੀ ਵੀ ਤੁਸੀਂ ਸਾਡਾ ਇੱਥੇ ਸਾਥ ਦੇਣਾ, ਅਤੇ ਮੈਂ ਉਹਨੂੰ ਤੀਸਰੇ ਦਿਨ, ਰੋਜ਼ ਹੀ ਮੇਰੀ ਗੱਲ ਇੱਕੋ ਹੀ ਹੁੰਦੀ ਸੀ, ਤੀਸਰੇ ਦਿਨ ਉਹਨੂੰ ਇਹ ਗੱਲ ਠੋਕ ਵਜਾ ਕੇ ਕਹਿ ਦਿੱਤੀ ਸੀ ਵੀ ਮੈਂ ਤੁਹਾਡੀ ਗੱਲ ਬਹੁਤ ਵਾਰੀ ਸੁਣ ਚੁੱਕਾ, ਹੁਣ ਮੇਰੇ ਕੋਲ 2 ਰਸਤੇ ਨੇ, ਜਾਂ ਤਾਂ ਮੈਂ ਅਸਤੀਫਾ ਦੇ ਦਿਆਂਗਾ ਜਾਂ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰਾਂਗਾ। ਅਤੇ ਉਹ ਜਿੰਨੀ ਕੁ ਮੇਰੀ ਸਮਰੱਥਾ ਸੀ, ਬਤੌਰ ਜਨਰਲ ਸੈਕਟਰੀ ਵੀ ਮੇਰੇ ਖਿਆਲ ਸ਼ਾਇਦ ਇਹ ਪਹਿਲੀ ਵਾਰੀ ਇਤਿਹਾਸ ਵਿੱਚ ਹੋਇਆ ਸੀ, ਮੈਂ ਆਪਣਾ ਵਿਰੋਧੀ ਨੋਟ ਕਾਗਜ਼ ਵਿੱਚ ਦਰਜ ਕਰਾਇਆ, ਰਜਿਸਟਰ ਵਿੱਚ ਦਰਜ ਕਰਾ ਕੇ ਕਿਹਾ ਕਿ ਜੋ ਤੁਸੀਂ ਕਰਨ ਲੱਗੇ ਹੋ ਇਹ ਪਾਪ ਹੈ, ਇਸ ਤਰ੍ਹਾਂ ਨਹੀਂ ਹੋ ਸਕਦਾ, ਇਹ ਸਾਡੀਆਂ ਰਵਾਇਤਾਂ ਨਹੀਂ ਹੈ। ਜੇ ਕਰਨਾ ਹੈ ਤਾਂ ਜਿਹਨੇ ਬਣਾਇਆ ਅਤੇ ਜਿਹੜੇ ਉਹਦੇ ਵਿੱਚ ਨੁਕਸ ਕੱਢਦੇ ਨੇ, ਦੋਨਾਂ ਨੂੰ ਬਿਠਾਲ ਦਿਓ, ਜਿਹੜੇ ਨੁਕਸ ਨੇ ਕੱਢ ਦਿਓ। ਅਤੇ ਜੇ ਸਿਰਫ ਇਹੀ ਕਰਨਾ ਕਿ ਇਹਨੂੰ ਆਪਣੀਆਂ ਵੋਟਾਂ ਦੀ ਗਿਣਤੀ ਮਿਣਤੀ ਦੇ ਹਿਸਾਬ ਨਾਲ ਮਲੀਆ ਮੇਟ ਕਰ ਦਿਓ, ਇਹ ਪੰਥਕ ਰਵਾਇਤ ਨਹੀਂ। ਪਰੰਤੂ ਇਹ ਸਭ ਕੁਝ ਹੋ ਗਿਆ, ਆਪਣੀਆਂ ਦੇਖਦਿਆਂ ਦੇਖਦਿਆਂ ਹੀ ਆਪਣੇ ਸਾਹਮਣੇ ਸਾਰਾ ਕੁਝ ਹੋਇਆ। ਬਹੁਤ ਕੁਝ ਐਸਾ ਵਕਤ ਬ ਵਕਤ ਹੋਇਆ,
ਪਦਵੀਆਂ 'ਤੇ ਬੈਠੇ ਲੋਕਾਂ ਨੇ ਉਹ ਕੁਝ ਕੀਤਾ ਜਿਹੜਾ ਕਰਨ ਦਾ ਨਾਂ ਉਹ ਅਧਿਕਾਰ ਰੱਖਦੇ ਸਨ, ਅਤੇ ਕਰਕੇ ਉਹਨਾਂ ਨੇ ਪੰਥ ਨੂੰ ਜਿਹੜੇ ਬਖੇੜਿਆਂ ਵਿੱਚ ਖੜ੍ਹਾ ਕੀਤਾ ਉਹ ਆਪਾਂ ਸਾਰੇ ਹੀ ਜਾਣਦੇ ਹਾਂ। ਮੈਂ ਉਸ ਲੰਬੇ ਵਿਸ਼ੇ ਵਿੱਚ ਨਹੀਂ ਪੈਣਾ ਚਾਹੁੰਦਾ। ਪੈ ਸਾਹਿਬ ਨੇ ਇੱਕ ਗੱਲ ਕਹੀ ਸੀ, ਬਹੁਤ ਵਿਦਵਾਨ ਦੇ ਨਾਲ ਨਾਲ ਤਜਰਬੇਕਾਰ ਨੇ। ਪੰਥਕ ਮਸਲਿਆਂ ਦੇ ਉੱਤੇ ਬਹੁਤ ਵੱਡਾ ਇਹਨਾਂ ਦਾ ਰੋਲ ਹੈ। ਹਰ ਵਕਤ ਚਿੰਤਾ ਤੁਰ ਰਹਿਣਾ ਔਰ ਪੰਥ ਨੂੰ ਜਾਗਰੂਕ ਕਰਨਾ ਇਹਨਾਂ ਦੀ ਡਿਊਟੀ ਹੈ। ਇਹਨਾਂ ਨੇ ਕਿਹਾ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਨਹੀਂ ਹੁੰਦੀਆਂ। ਇਹ ਸਮੇਂ ਸਿਰ ਇਸ ਕਰਕੇ ਨਹੀਂ ਹੁੰਦੀਆਂ, ਮੈਂ ਸੰਖੇਪ 'ਚ ਥੋੜ੍ਹੀ ਜਿਹੀ ਗੱਲ ਦੱਸ ਦਿੰਦਾ, ਤਾਂ ਕਿ ਜਿਵੇਂ ਤੁਸੀਂ ਦੱਸਿਆ ਨਾ ਵੀ ਆਪਾਂ ਬੇਸ਼ੱਕ ਸੰਗਤੀ ਰਵਾਇਤ ਪਾਉਣੀ ਚਾਹੁੰਦੇ ਹਾਂ ਜਾਂ ਇਲੈਕਸ਼ਨ ਅਤੇ ਸਿਲੈਕਸ਼ਨ ਦੀ ਗੱਲ ਕਰਦੇ ਹਾਂ, ਘੱਟੋ ਘੱਟ ਆਪਾਂ ਨੂੰ ਪਤਾ ਤਾਂ ਹੋਵੇ ਨਾ ਵੀ ਆਪਾਂ ਜਿਸ ਗੋਲ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਉਹਨੂੰ ਕਾਨੂੰਨ ਕੀ ਕਹਿੰਦਾ। ਹਿੰਦੁਸਤਾਨ ਦੀ ਜਾਂ ਪੰਜਾਬ ਦੀ ਵੰਡ ਤੋਂ ਪਹਿਲਾਂ, ਜਿਵੇਂ 1920 ਦੇ ਵਿੱਚ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਨਾਮਜ਼ਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਭਾਲਿਆ ਅਤੇ 25 ਵਿੱਚ ਐਕਟ ਬਣ ਗਿਆ। ਇਹ ਜਿਹੜਾ ਐਕਟ ਬਣਿਆ ਇਹ ਸਾਂਝੇ ਪੰਜਾਬ ਲਈ ਸੀ। ਇਹ ਸਟੇਟ ਦਾ ਐਕਟ ਸੀ, ਇਹ ਪਾਰਲੀਮੈਂਟ ਦਾ ਐਕਟ ਨਹੀਂ ਸੀ, ਸਟੇਟ ਦਾ ਐਕਟ ਸੀ। ਇਸ ਐਕਟ ਦੇ ਥੱਲੇ ਚੜ੍ਹਦੇ ਅਤੇ ਲਹਿੰਦੇ ਦੋਨਾਂ ਪੰਜਾਬਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਹੋ ਰਿਹਾ ਸੀ। ਜਦੋਂ ਵੰਡ ਹੋ ਗਈ, ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਦੋ ਹਿੱਸਿਆਂ ਵਿੱਚ ਵੰਡਣ ਤੋਂ ਬਾਅਦ ਉਹ ਇੱਕ ਸੋਵਰਨ ਨੇਸ਼ਨ ਬਣ ਗਈ। ਲਹਿੰਦੇ ਪੰਜਾਬ ਵਾਲੀ, ਚੜ੍ਹਦੇ ਵਾਲੀ ਆਪਣੇ ਸੋਵਰਨ ਸਟੇਟ ਦੇ ਵਿੱਚ ਆ ਗਈ। ਅਤੇ ਇੱਥੇ ਫਿਰ ਦੁਬਾਰਾ ਫਿਰ ਇਹਦੀ ਵੰਡ ਹੋ ਗਈ, ਜਿਹਨੂੰ ਆਪਾਂ 1966 ਦੀ ਵੰਡ ਕਹਿੰਦੇ ਹਾਂ। 1966 ਦੀ ਵੰਡ ਦੇ ਵਿੱਚ ਇਸੇ ਚੜ੍ਹਦੇ ਪੰਜਾਬ ਵਿੱਚੋਂ ਹਰਿਆਣਾ ਵੀ ਨਿਕਲ ਗਿਆ, ਹਿਮਾਚਲ ਵੀ ਨਿਕਲ ਗਿਆ, ਇੱਕ ਚੰਡੀਗੜ੍ਹ ਯੂਟੀ ਦੇ ਤੌਰ 'ਤੇ ਨਿਕਲ ਗਿਆ, ਇੱਕ ਪੰਜਾਬ ਰਹਿ ਗਿਆ। 4 ਹਿੱਸਿਆਂ ਵਿੱਚ ਪੰਜਾਬ ਵੰਡਿਆ ਗਿਆ। ਭਾਰਤੀ ਕਾਨੂੰਨ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਾਉਂਦਾ ਹੈ ਕਿ ਜਦੋਂ ਮਾਮਲਾ ਇੰਟਰ ਸਟੇਟ ਹੋ ਜਾਏ ਫਿਰ ਸੈਂਟਰ ਦੇ ਕੋਲ ਚਲੇ ਜਾਂਦਾ, ਫਿਰ ਸਟੇਟਸ ਦੇ ਕੋਲ ਨਹੀਂ ਰਹਿ ਜਾਂਦਾ। ਇਹ ਸਟੇਟ ਐਕਟ ਇੰਟਰ ਸਟੇਟ ਜਦੋਂ ਮਸਲਾ ਹੋ ਗਿਆ ਤੇ ਹੋਮ ਮਿਨਿਸਟਰੀ ਆਫ ਇੰਡੀਆ ਦੇ ਕੋਲ ਚਲੇ ਗਿਆ। ਹੋਮ ਮਿਨਿਸਟਰੀ, ਜਿਵੇਂ ਭੈਣ ਜੀ ਨੇ ਕਿਹਾ, ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਉਹਨਾਂ ਦੀ ਗੱਲ ਨਾਲ। ਅਸੀਂ ਬਹੁਤ ਕੁਝ ਆਪਣੀਆਂ ਅੱਖਾਂ ਦੇ ਸਾਹਮਣੇ ਦੇਖੀ ਗਏ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਤਾਂ ਪ੍ਰਬੰਧਕ ਦੀ ਹੈਸੀਅਤ ਹੈ, ਪੰਥ ਨੇ ਵੀ ਜਿਹੜਾ ਰੋਲ ਅਦਾ ਕਰਨਾ ਚਾਹੀਦਾ ਸੀ ਨਹੀਂ ਕਰ ਸਕਿਆ। ਹੋਰ ਗੱਲਾਂ ਦੇ ਵਿੱਚ ਅਸੀਂ ਪਏ ਰਹੇ, ਪਰੰਤੂ ਉਹਨਾਂ ਗੱਲਾਂ ਦਾ ਧਿਆਨ ਨਾ ਦਿੱਤਾ। ਐਕਟ ਦੇ ਵਿੱਚ ਸੋਧਾਂ ਨੋਟੀਫਿਕੇਸ਼ਨ ਦੇ ਨਾਂ 'ਤੇ ਕੀਤੀਆਂ ਗਈਆਂ। ਨੋਟੀਫਿਕੇਸ਼ਨ ਦੇ ਨਾਂ 'ਤੇ ਐਕਟ ਵਿੱਚ ਸੋਧ ਦਾ ਹੀ ਨਤੀਜਾ ਹੈ ਕਿ ਅੱਜ ਸਹਿਜਧਾਰੀ ਫਿਰ ਹਾਈ ਕੋਰਟ ਵਿੱਚ ਬੈਠੇ। ਹੋਇਆ ਕੀ ਹੈ, ਸੈਂਟਰਲ ਗੌਰਮੈਂਟ ਆਪਣੇ ਸਹੂਲਤ ਲਈ ਜਾਂ ਕਾਬਜ਼ ਧਿਰ ਦੀ ਸਹੂਲਤ ਦੇ ਲਈ ਉਹਨਾਂ ਨੇ ਇੱਕ ਫੈਸਲਾ ਹੋਇਆ ਵੀ 2003 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਵੀ ਸਹਿਜਧਾਰੀਆਂ ਨੂੰ ਵੋਟ ਦਾ ਅਧਿਕਾਰ ਨਹੀਂ। 6 ਮਹੀਨੇ ਦੇ ਵਿੱਚ ਨੋਟੀਫਿਕੇਸ਼ਨ ਨੂੰ ਆਧਾਰ ਮੰਨ ਕੇ ਤਰਮੀਮ ਹੋਣੀ ਚਾਹੀਦੀ ਹੈ ਪਾਰਲੀਮੈਂਟ ਦੇ ਵਿੱਚ ਕਾਨੂੰਨੀ ਤੌਰ 'ਤੇ, ਉਹ ਨਾ ਕੀਤੀ ਗਈ। ਸਹਿਜਧਾਰੀ ਹਾਈ ਕੋਰਟ ਚਲੇ ਗਏ। ਉਹਨਾਂ ਨੇ ਆਖਿਆ ਜੀ ਐਕਟ ਹੈ, ਬਕਾਇਦਾ ਐਕਟ ਪਾਸ ਹੋਇਆ ਹੈ ਅਤੇ ਐਕਟ ਦੇ ਵਿੱਚ ਤਰਮੀਮ ਨੋਟੀਫਿਕੇਸ਼ਨ ਨਾਲ ਤਾਂ ਹੋ ਹੀ ਨਹੀਂ ਸਕਦੀ। ਇਹਨੂੰ ਤਰਮੀਮ ਨੂੰ ਅਗਰ ਕਰਨਾ ਸੀਗਾ ਤਾਂ ਅਮੈਂਡਮੈਂਟ ਕੀਤੀ ਜਾਣੀ ਚਾਹੀਦੀ ਸੀ। ਇਸੇ ਆਧਾਰ 'ਤੇ ਉਹਨਾਂ ਨੂੰ ਹਾਈ ਕੋਰਟ ਨੇ ਸਟੇ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਕੇਂਦਰ ਦੀ ਸਰਕਾਰ ਇਸ ਮਸਲੇ ਦੇ ਉੱਤੇ ਨਿਮੋਝੂਣੀ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਈ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਚਲੇ ਗਈ। ਨਤੀਜਾ ਉੱਥੇ ਵੀ ਇਹੀ ਨਿਕਲਣਾ ਸੀ, ਕਿਉਂਕਿ ਬੇਸਿਕ ਗਲਤੀ ਸੀ, ਕਾਨੂੰਨੀ ਤੌਰ 'ਤੇ ਗਲਤੀ ਸੀ। ਕਹਿਣ ਦੇ ਉੱਤੇ ਨੋਟੀਫਿਕੇਸ਼ਨ ਕਰ ਦਿੱਤਾ, ਪਰੰਤੂ ਉਹ ਪੂਰੀ ਕਾਰਵਾਈ ਹੋਈ ਨਹੀਂ। ਅਤੇ ਉੱਥੇ ਫਿਰ ਕਿਉਂਕਿ ਕੇਂਦਰ ਦੇ ਵਿੱਚ ਭਾਈਵਾਲ ਸੀ, ਬਾਦਲ ਦਲ ਦੇ ਸਾਰੇ ਜਿਹੜੇ ਵੱਡੇ ਕਾਰਕੁਨ ਸੀ, ਉਹਨਾਂ ਨੇ ਸਰਕਾਰ ਨੂੰ ਕਿਹਾ, ਸਰਕਾਰ ਤੋਂ ਕਹਿ ਕੇ ਪਾਰਲੀਮੈਂਟ ਵਿੱਚ ਅਮੈਂਡਮੈਂਟ ਕਰਵਾ ਲਈ। ਉਹ ਅਮੈਂਡਮੈਂਟ ਦੇ ਨਾਲ ਸਹਿਜਧਾਰੀਆਂ ਨੂੰ ਡੀਬਾਰ ਕਰ ਦਿੱਤਾ ਗਿਆ ਪਾਰਲੀਮੈਂਟ ਦੇ ਵਿੱਚੋਂ। ਪਰੰਤੂ ਜਦੋਂ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਨਾ, ਫੈਸਲੇ ਵਿੱਚ ਇਹ ਆਖ ਦਿੱਤਾ ਕਿ ਅਸੀਂ, ਕਿਉਂਕਿ ਇਹ ਜਿਸ ਦਿਨ ਕੇਸ ਦਰਜ ਕੀਤਾ ਗਿਆ ਉਸ ਦਿਨ ਪੋਜੀਸ਼ਨ ਹੋਰ ਸੀ, ਅੱਜ ਪੋਜੀਸ਼ਨ ਬਦਲ ਗਈ ਹੈ ਕਿਉਂਕਿ ਪਾਰਲੀਮੈਂਟ ਦੇ ਵਿੱਚ ਅਮੈਂਡਮੈਂਟ ਹੋ ਗਈ।
ਪਰੰਤੂ ਜੇ ਸਹਿਜਧਾਰੀ ਫੈਡਰੇਸ਼ਨ ਵਾਲੇ ਅਜੇ ਵੀ ਚਾਹੁਣ, ਉਹਨਾਂ ਦੀ ਤਸੱਲੀ ਨਹੀਂ ਹੋਈ ਤਾਂ ਉਹ ਹਾਈ ਕੋਰਟ ਜਾ ਸਕਦੇ ਨੇ। ਉਹ ਅੱਜ ਵੀ ਹਾਈ ਕੋਰਟ ਬੈਠੇ। ਸਹਿਜਧਾਰੀ ਤਾਂ ਇੱਕ ਅਲੱਗ ਵਿਸ਼ਾ ਹੈ। ਸਿੱਖੀ ਦੇ ਵਿੱਚ ਕਿਤੇ ਜਾਤ ਪਾਤ ਦਾ ਕੋਈ ਥਾਂ ਹੈ? ਸਾਨੂੰ ਤੇ ਇਹੀ ਪੜ੍ਹਾਇਆ ਗਿਆ ਵੀ ਜਦੋਂ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕੀਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਤੇ ਮਾਤਾ ਸਾਹਿਬ ਕੌਰ ਦੇ ਦੁਲਾਰੇ ਬਣ ਜਾਈਦਾ। ਤੇ ਆਪਾਂ ਵੇਖਿਆ ਵੀ ਹੈ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਦੀ ਕਿਰਪਾ ਦੇ ਪਾਤਰ ਬਣੇ ਨੇ, ਜਿਹੜੇ ਜਦੋਂ ਚੂਲਿਆਂ ਦੇ ਨਾਲ 5 ਚੂਲੇ ਨੇਤਰਾਂ ਵਿੱਚ, 5 ਮੁੱਖ ਵਿੱਚ, 5 ਸੀਸ ਵਿੱਚ ਪਾਉਣ ਤੋਂ ਬਾਅਦ ਅੰਮ੍ਰਿਤ ਬਚ ਜਾਂਦਾ, ਫਿਰ ਸਾਰੇ ਚੀੜ ਲਾ ਕੇ ਪੀਂਦੇ ਨੇ। ਕੋਈ ਕਿਸੇ ਨੂੰ ਪੁੱਛਦਾ ਨਹੀਂ ਕਿਹੜੀ ਮਾਂ ਦਾ ਜਾਇਆ, ਕਿੱਥੋਂ ਆਇਆ, ਕਿੱਥੇ ਨਹੀਂ। ਬੀਬੀਆਂ ਦਾ ਹੱਕ ਹੈ, ਬੀਬੀਆਂ ਨੂੰ ਰਿਜ਼ਰਵੇਸ਼ਨ ਦੇ ਦਿੱਤੀ, 30 ਸੀਟਾਂ ਦੇ ਦਿੱਤੀਆਂ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੂੰ ਆਪਾਂ ਪੰਥ ਸਮਝ ਲੈਂਦੇ ਹਾਂ, ਉਹਦੇ ਵਿੱਚ ਇਹ ਕਿਵੇਂ ਹੋ ਸਕਦਾ ਸੀ ਬਈ ਉਹਦੀਆਂ ਸੀਟਾਂ ਰਾਖਵੀਆਂ ਰੱਖੀਆਂ ਜਾਣ ਅਨੁਸੂਚਿਤ ਜਾਤੀਆਂ ਦੇ ਬੰਦਿਆਂ ਦੇ ਲਈ, ਅਨੁਸੂਚਿਤ ਕਬੀਲਿਆਂ ਦੇ ਲਈ? ਇਹ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਤੁਹਾਨੂੰ ਸਮਝ ਲੱਗ ਜਾਏ ਵੀ ਉਹ ਪੰਥ ਨਹੀਂ ਹੈ, ਪ੍ਰਬੰਧਕੀ ਸੰਸਥਾ। ਜੇ ਪੰਥ ਹੁੰਦਾ ਤਾਂ ਉੱਥੇ ਕੋਈ ਗੁੰਜਾਇਸ਼ ਨਹੀਂ ਸੀ। ਪੰਥ ਵਿੱਚ ਕੌਣ ਕਰ ਸਕਦਾ? ਤੇ ਪੰਥਕ ਅਗਵਾਈ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ ਨੇ। ਮੈਂ ਤੇ ਪਿੱਛੇ ਜਿਹੜਾ ਉਹਨਾਂ ਨੇ 100 ਸਾਲਾਂ ਦੇ ਉੱਤੇ ਇੱਕ ਸਟੇਟਮੈਂਟ ਦਿੱਤੀ, ਬੜੀ ਅਜੀਬੋ-ਗਰੀਬ ਜੀ ਸਟੇਟਮੈਂਟ ਸੀ, ਮੈਂ ਤਾਂ ਸੁਣ ਰਿਹਾ ਸੀ। ਉਹਨਾਂ ਨੇ ਇੱਕ ਆਗੂ ਦਾ ਨਾਂ ਲੈ ਕੇ ਕਿਹਾ ਜੀ ਇਹਨੇ ਮੈਨੂੰ ਲਿਖਤੀ ਪ੍ਰਣ ਪੱਤਰ ਦਿੱਤਾ, ਮੈਂ ਅੱਜ ਤੋਂ ਬਾਅਦ ਆਪਣੇ ਨਾਂ ਨਾਲ ਆਪਣਾ ਗੋਤਰ ਨਹੀਂ ਲਾਊਂਗਾ। ਮੈਂ ਮਹਿਸੂਸ ਕਰ ਰਿਹਾ ਸੀ ਉਸ ਵੇਲੇ ਜਦੋਂ ਸੁਣ ਰਿਹਾ ਸੀ ਵੀ ਜਥੇਦਾਰ ਇਹ ਵੀ ਕਹੇਗਾ, ਜੇ ਇਹਨੂੰ ਉਹ ਪੁੱਤ ਬਣਾਇਆ ਸੀ ਨਾ ਸ਼੍ਰੋਮਣੀ ਕਮੇਟੀ ਦਾ, ਮਾਂ ਪੁੱਤ ਦਾ ਰਿਸ਼ਤਾ ਸਥਾਪਿਤ ਕੀਤਾ ਸੀ, ਪੁੱਤ ਭਾਵੇਂ ਰੋਜ਼ ਜੂੰਡੇ ਪੱਟੀ ਗਿਆ ਆਪਣੀ ਮਾਂ ਦੇ, ਉਹਦਾ ਧਿਆਨ ਨਹੀਂ ਕੀਤਾ। ਪਰ ਮੈਨੂੰ ਇਹ ਲੱਗਦਾ ਸੀ ਵੀ ਉਸ ਵਿਅਕਤੀ ਦੇ ਇਹ ਕਹਿਣ ਤੋਂ ਬਾਅਦ ਜਥੇਦਾਰ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਨੂੰ ਵੀ ਇਹ ਕਹਿਣਗੇ ਤੁਸੀਂ ਆਪਣੇ ਐਸਸੀ ਤੇ ਬੀਸੀ ਵਿੰਗ ਭੰਗ ਕਰ ਦਿਓ ਜੇ ਪੁੱਤਰ ਦਾ ਰੁਤਬਾ ਹਾਸਲ ਰੱਖਣਾ। ਪਰ ਉਹ ਕਹਿ ਨਾ ਸਕੇ, ਉਹ ਕਹਿ ਨਾ ਸਕੇ। ਜੇ ਕਿਹਾ ਜਾਂਦਾ ਤਾਂ ਇਹਦੀ ਕੋਈ ਕੀਮਤ ਬਣ ਸਕਦੀ ਸੀ। ਪਾਰਟੀਆਂ ਚੱਲਦੀਆਂ ਨੇ, ਸਾਰੀਆਂ ਪਾਰਟੀਆਂ 'ਚ ਐਸਸੀ ਬੀਸੀ ਵਿੰਗ ਥੋੜ੍ਹੀ ਹੁੰਦੇ ਨੇ। ਪਾਰਟੀ 'ਚ ਆਪਣੀ ਯੋਗਤਾ ਨਾਲ ਕੋਈ ਵਧੇ, ਕੰਮ ਕਰੇ, ਜਿੰਨਾ ਮਰਜ਼ੀ ਅੱਗੇ ਵਧੀ ਜਾਵੇ। ਖੈਰ, ਆਪਾਂ ਨੂੰ ਕਈ ਵਾਰੀ ਇੱਦਾਂ ਵੀ ਲੱਗਦਾ ਹੈ ਵੀ ਜੋ ਅਸੀਂ ਚਾਹੁੰਦੇ ਹਾਂ ਨਾ, ਉਹ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਇੱਕ ਧਿਰ ਜਿਹਦੇ ਕੋਲ ਇੱਕ ਜਥੇਬੰਦੀ ਹੈ, ਜਿਹਦਾ ਜਥੇਬੰਦਕ ਢਾਂਚਾ ਹੈ, ਉਹਦੇ ਕੋਲ ਇੱਕ ਐਸਾ ਸਿਸਟਮ ਹੈ ਜਿਹੜਾ ਉਹਦੇ ਉਮੀਦਵਾਰਾਂ ਨੂੰ ਵੋਟਾਂ ਪਵਾ ਸਕਦਾ। ਉਹ ਸਿਸਟਮ ਸਾਡੇ ਕੋਲ ਨਹੀਂ, ਇਸ ਕਰਕੇ ਉਹ ਜਿੱਤ ਜਾਂਦੇ ਨੇ। ਸੁਧਾਰ ਨਹੀਂ ਹੈ ਨਾ। ਮੈਂ ਤਾਂ ਇਸੇ ਕਰਕੇ ਪਹਿਲਾਂ ਬੇਨਤੀ ਕਰਤੀ ਵੀ ਸਿਆਸਤ ਕਦੀ ਧਰਮ ਨਹੀਂ ਹੋ ਸਕਦੀ ਅਤੇ ਧਰਮ ਕਦੀ ਸਿਆਸਤ ਦਾ ਮੁਹਤਾਜ ਨਹੀਂ ਹੋ ਸਕਦਾ। ਜਿੱਥੇ ਵੋਟਾਂ ਪੈਣਗੀਆਂ ਸਿਆਸਤ ਤਾਂ ਹੋਣੀ ਹੋਣੀ। ਵੋਟਾਂ ਕੌਣ ਪਾਉਂਦੇ ਨੇ? ਜਦੋਂ ਉਮੀਦਵਾਰਾਂ ਦੀ ਉਮੀਦਵਾਰੀ ਤੈਅ ਹੋ ਜਾਂਦੀ ਹੈ ਅਤੇ ਵੋਟਾਂ ਫਿਰ ਪੰਚ ਪਾਉਂਦੇ ਨੇ, ਸਰਪੰਚ ਪਾਉਂਦੇ ਨੇ, ਬਲਾਕ ਸੰਮਤੀਆਂ ਦੇ ਮੈਂਬਰ ਪਾਉਂਦੇ ਨੇ, ਜ਼ਿਲ੍ਹਾ ਪ੍ਰੀਸ਼ਦਾਂ ਦੇ ਚੇਅਰਮੈਨ ਪਾਉਂਦੇ ਨੇ, MLA ਪਾਉਂਦੇ ਨੇ, MP ਪਾਉਂਦੇ ਨੇ। ਇਹੀ ਬੰਦੇ ਨੇ ਜਿਹੜੇ ਸਮਾਜ ਵਿੱਚ ਫਿਰਦੇ ਨੇ, ਜਿਨ੍ਹਾਂ ਦੀ ਕੋਈ ਗੱਲ ਅਸਰ ਸੂਖ ਹੁੰਦਾ ਉਹ ਵੋਟਾਂ ਪਵਾ ਦਿੰਦੇ ਨੇ। ਅਤੇ ਜਿਹੜੇ ਅਸੀਂ ਪੰਥ ਵਾਲੇ ਹਾਂ, ਸਾਡੇ ਕੋਲ ਸਾਰਾ ਕੁਝ ਨਹੀਂ ਹੁੰਦਾ। ਵੋਟਾਂ ਵਾਲੇ ਵੋਟਾਂ ਪਵਾ ਕੇ ਜਿੱਤ ਜਾਂਦੇ ਨੇ, ਅਸੀਂ ਫਿਰ ਜੈਸੇ ਥੇ ਵਾਲੀ ਅਵਸਥਾ ਵਿੱਚ ਪੁੱਜ ਜਾਂਦੇ। ਮੈਂ ਵੀ ਚਾਹੁੰਦਾ ਕਿ ਸਿਲੈਕਸ਼ਨ ਪੰਥ ਵਿੱਚ ਹੋ ਸਕਦੀ ਹੈ, ਇੱਕ ਸਟੈਚੂਰੀ ਬੋਡੀ ਵਿੱਚ ਨਹੀਂ ਹੋ ਸਕਦੀ। ਸਟੈਚੂਰੀ ਬੋਡੀ 'ਚ ਕਿਵੇਂ ਹੋ ਸਕਦੀ? ਜਿਹੜੀ ਕਾਨੂੰਨ ਮੁਤਾਬਕ ਹਰ ਇੱਕ ਨੂੰ ਅਧਿਕਾਰ ਦਿੰਦੀ ਹੈ ਵੀ ਤੂੰ ਚੋਣ ਲੜਨੀ। ਉਮੀਦਵਾਰ ਦੀ ਚੋਣ ਲਈ ਤਾਂ ਇਹ ਹੋ ਸਕਦਾ ਵੀ 2-4 ਧਿਰਾਂ ਰਲਣ, ਵੀ ਅਸੀਂ ਆਪਸ ਵਿੱਚ ਹੀ ਨਾ ਟਕਰਾਈਏ, ਅਸੀਂ ਇੱਕ ਆਪਣਾ ਸਾਂਝਾ ਉਮੀਦਵਾਰ ਦੇ ਦਈਏ, ਉੱਥੇ ਹੋ ਸਕਦੀ ਹੈ। ਪਰੰਤੂ ਜੇ ਕੋਈ ਸਧਾਰਨ ਵਿਅਕਤੀ ਵੀ ਉੱਠ ਕੇ ਕਹੇ, ਹੁਣ ਦਿੱਲੀ ਕਮੇਟੀ ਵਿੱਚ ਤਾਂ ਹੈਗਾ, ਜਿਵੇਂ ਇਹਨਾਂ ਨੇ ਦੱਸਿਆ 1971 ਦੇ ਐਕਟ ਮੁਤਾਬਕ, ਉੱਥੇ ਜਿਹਦੇ ਕੋਲ 2 ਮੈਂਬਰ ਹਨ ਹਾਊਸ ਦੇ ਵਿੱਚ, ਉਹੀ ਚੋਣ ਲੜ ਸਕਦਾ, ਦੂਜਾ ਨਹੀਂ ਲੜ ਸਕਦਾ। ਇੱਥੇ ਹੈ ਨਹੀਂ। ਇੱਥੇ ਤਾਂ ਕੋਈ ਆਜ਼ਾਦ ਵੀ ਖੜ੍ਹ ਸਕਦਾ। ਜੇ ਕੋਈ ਇੱਕ ਆਜ਼ਾਦ ਵੀ ਖੜ੍ਹ ਗਿਆ ਫਿਰ ਵੀ ਵੋਟ ਪਏਗੀ। ਅਤੇ ਇਸ ਕਰਕੇ ਇਹਦੇ ਵਿੱਚ ਥੋੜ੍ਹੀ ਮੁਸ਼ਕਲ ਆਉਂਦੀ ਹੈ ਕਈ ਵਾਰੀ। ਅਤੇ ਉਸ ਮੁਸ਼ਕਲ ਦੇ ਲਈ ਜਿਵੇਂ ਆਪਾਂ ਸੰਵਾਦ ਰਚਾਉਂਦੇ ਹਾਂ, ਲੋਕਾਂ ਤੱਕ ਪਹੁੰਚ ਕਰਦੇ ਹਾਂ, ਜਿਹੜੇ ਉਸ ਖਿੱਤੇ ਦੇ ਜ਼ਿੰਮੇਵਾਰ ਸੱਜਣ ਹੁੰਦੇ ਨੇ, ਉਹਨਾਂ ਨੂੰ ਸਮਝਾਉਂਦੇ ਹਾਂ ਵੀ ਨਹੀਂ ਬਈ ਇੱਦਾਂ ਨਹੀਂ, ਇੱਦਾਂ ਹੋ ਸਕਦਾ। ਜਦੋਂ ਅਸੀਂ ਉਹਨਾਂ ਨੂੰ ਇਹ ਸਮਝਾਉਣ ਦਾ ਯਤਨ ਕਰਦੇ ਹਾਂ ਵੀ ਰਾਜਨੀਤਿਕ ਮਸਲੇ ਹੋਰ ਨੇ, ਇਹ ਸਾਡਾ ਪੰਥਕ ਮਸਲਾ ਹੈ, ਅਤੇ ਪੰਥਕ ਮਸਲੇ ਦੇ ਵਿੱਚ ਤੁਸੀਂ ਸਾਡੀ ਮਦਦ ਕਰੋ। ਰਾਜਨੀਤਿਕ ਖੇਤਰ ਵਿੱਚ ਤੁਸੀਂ ਜਿੱਥੇ ਮਰਜ਼ੀ ਵਿਚਰੀ ਜਾਓ, ਇਹਦਾ ਫਰਕ ਵੀ ਪੈਂਦਾ।
ਅੱਛਾ, ਹੁਣ ਜਿਹੜਾ ਗੁਰਦੁਆਰਾ ਪ੍ਰਬੰਧ ਹੈ ਨਾ, ਇਹ 3-4 ਤਰੀਕਿਆਂ ਨਾਲ ਹੁੰਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਟੇ ਤੌਰ 'ਤੇ ਜੇ ਦੇਖੀਏ ਤਾਂ 70-75 ਗੁਰਦੁਆਰਿਆਂ ਦਾ ਹੀ ਪ੍ਰਬੰਧ ਕਰਦੀ ਹੈ। ਬਾਕੀ ਛੋਟੇ ਛੋਟੇ ਅਟੈਚਡ ਗੁਰਦੁਆਰੇ ਨੇ ਨਾਲ ਉਹਨਾਂ ਦੇ। ਅਤੇ ਗੁਰਦੁਆਰੇ ਹੁਣ ਉਹਦਾ ਅਧਿਕਾਰ ਖੇਤਰ ਕੀ ਹੈ? ਅਧਿਕਾਰ ਖੇਤਰ ਉਹਦਾ ਹੁਣ ਤੇ ਚੰਡੀਗੜ੍ਹ ਦੇ ਉਰੇ ਉਰੇ ਰਹਿ ਗਿਆ। ਪਹਿਲਾਂ ਹਰਿਆਣਾ ਵਿੱਚ ਸੀ। ਹਰਿਆਣੇ ਨੇ ਆਪਣਾ 2014 ਵਿੱਚ ਸਟੇਟ ਐਕਟ ਬਣਾ ਲਿਆ। ਸਟੇਟ ਐਕਟ ਬਣਾਉਣ ਦੇ ਨਾਲ ਉੱਥੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣ ਗਈ। ਬੇਸ਼ੱਕ ਉਹ ਨਾਮਜ਼ਦ ਕਮੇਟੀ ਹੈ, ਪਰੰਤੂ ਜਿਹੜੀ ਹੁਣ ਅਹੁਦੇਦਾਰਾਂ ਦੀ ਅਤੇ ਐਗਜ਼ੈਕਟਿਵ ਦੀ ਚੋਣ ਹੋਈ ਹੈ ਉਹ 2014 ਦੇ ਐਕਟ ਮੁਤਾਬਕ ਹੋਈ ਹੈ, ਗੁਰਦੁਆਰਾ ਐਕਟ 1925 ਦੇ ਮੁਤਾਬਕ ਨਹੀਂ ਹੋਈ। ਉਹ ਬੇਸ਼ੱਕ ਚੈਲੰਜ ਹੋਇਆ ਹੈ, ਪਰੰਤੂ ਸੁਪਰੀਮ ਕੋਰਟ ਨੇ ਸਟੇਟਸ ਕੋ ਦਿੱਤਾ ਹੋਇਆ। ਇਸ ਲਈ ਲੱਗਦਾ ਇਹ ਹੈ ਵੀ ਜਿਹੜੀ ਆਉਣ ਵਾਲੀ ਚੋਣ ਹੋਏਗੀ ਉਹ ਸ਼ਾਇਦ ਹਰਿਆਣੇ ਨੂੰ ਬਾਹਰ ਰੱਖ ਕੇ ਹੋਵੇ ਜਾਂ ਫੈਸਲੇ ਦੀ ਉਡੀਕ ਕਰਕੇ ਹੋਵੇ। ਹੋ ਸਕਦਾ ਕੱਲ੍ਹ ਨੂੰ ਪੰਜਾਬ ਵੀ ਆਪਣਾ ਐਕਟ ਬਣਾ ਲੇ। ਪੰਜਾਬ ਦਾ ਅਧਿਕਾਰ ਹੈ। 1966 ਦਾ ਜਿਹੜਾ ਪੁਨਰਗਠਨ ਐਕਟ ਹੈ ਉਹਦੇ ਵਿੱਚ ਕਿਹਾ ਗਿਆ ਸਟੇਟਸ ਚਾਹੁਣ ਤਾਂ ਆਪਣਾ ਆਪਣਾ ਐਕਟ ਬਣਾ ਸਕਦੀਆਂ ਨੇ। ਜੇ ਇਹ ਮਸਲਾ ਸਟੇਟ ਤੱਕ ਸੀਮਤ ਹੋ ਜਾਵੇ, ਇੰਟਰਸਟੇਟ ਮਸਲਾ ਖਤਮ ਹੋ ਜਾਏ, ਫਿਰ ਹੋ ਸਕਦਾ ਇੱਥੇ ਵੀ 25 ਸਾਲੀ ਚੋਣ ਹੋ ਜਾ ਕਰੇ, ਕਿਉਂਕਿ ਸਟੇਟ ਦੀ ਜ਼ਿੰਮੇਵਾਰੀ ਬਣ ਜਾਣੀ ਹੈ। ਫਿਰ ਉੱਥੇ 2-3 ਸਟੇਟਾਂ ਦੀ ਰਾਏ ਜਾਣਨ ਦੀ ਲੋੜ ਨਹੀਂ, ਇੱਕ ਸਟੇਟ ਦੀ ਰਾਏ ਜਾਣਨ ਦੀ ਲੋੜ ਹੈ। ਫਿਰ 25 ਸਾਲੀ ਵੀ ਹੋ ਸਕਦੀ ਹੈ। ਗੁਰਦੁਆਰਾ ਪ੍ਰਬੰਧ ਜਿਹੜਾ ਨਾ, ਗੁਰਦੁਆਰਾ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ। ਇਸੇ ਕਰਕੇ ਗੁਰਦੁਆਰੇ ਦੇ ਨਾਂ 'ਤੇ ਬਹੁਤ ਕੁਝ ਹੁੰਦਾ, ਪੁੱਠਾ ਸਿੱਧਾ ਵੀ ਹੁੰਦਾ। ਆਪਾਂ ਜੇ ਥੋੜ੍ਹੀ ਜਿਹੀ ਪਿਛਲ ਝਾਤ ਮਾਰੀਏ, ਮੈਂ ਲੰਬੇ 'ਚ ਨਹੀਂ ਜਾਣਾ, ਜਿਵੇਂ ਇੱਥੇ ਵਿਦਵਾਨ ਸੱਜਣਾਂ ਨੇ ਦੱਸਿਆ ਸੀ ਨਾ ਵੀ ਕਿਵੇਂ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਹਸਤੀ ਕਿਵੇਂ ਸਥਾਪਿਤ ਹੋਈ, ਲੋੜ ਕਿਉਂ ਮਹਿਸੂਸ ਹੋਈ। 2 ਮਿੰਟ 'ਚ ਮੈਂ ਉਹਦੀ ਗੱਲ ਕਰ ਦਿੰਦਾ ਤੁਹਾਡੇ ਨਾਲ। ਦੇਖੋ, 1849 ਤੋਂ ਬਾਅਦ ਜਦੋਂ ਖਾਲਸਾ ਰਾਜ ਦਾ ਪਤਨ ਹੋਇਆ, ਅੰਗਰੇਜ਼ ਪੰਜਾਬ ਵਿੱਚ ਵੜਦਾ। 98 ਸਾਲ ਪੰਜਾਬ ਦੀ ਧਰਤੀ 'ਤੇ ਰਾਜ ਕੀਤਾ ਉਹਨੇ, 1947 ਤੱਕ। ਅਤੇ ਅੰਗਰੇਜ਼ ਨੂੰ ਇਸ ਗੱਲ ਦੀ ਪੂਰੀ ਸਮਝ ਸੀ ਕਿ ਬਾਕੀ ਲੋਕਾਂ ਨੂੰ ਤਾਂ ਉਹਨੇ ਆਪਣੀ ਸਿਆਸਤ ਨਾਲ ਦਬਾ ਲਿਆ ਸੀ, ਪਰੰਤੂ ਪੰਜਾਬ ਵਿੱਚ ਪੰਜਾਬ ਦੇ ਯੋਧਿਆਂ ਨੇ ਉਹਦੇ ਕਈ ਵਾਰੀ ਐਸੇ ਦੰਦ ਖੱਟੇ ਕੀਤੇ, ਉਹਦਾ ਇੱਧਰ ਨੂੰ ਮੂੰਹ ਕਰਨ ਨੂੰ ਦਿਲ ਨਹੀਂ ਸੀ ਕਰਦਾ। ਅਤੇ ਉਹਨੂੰ ਇਸ ਗੱਲ ਦਾ ਵੀ ਗਿਆਨ ਸੀ ਕਿ ਇਹਨਾਂ ਦੀ ਸ਼ਕਤੀ ਦਾ ਸਰੋਤ ਇਹਨਾਂ ਦਾ ਗੁਰੂ ਹੈ, ਗੁਰੂ ਦੀ ਬਖਸ਼ਿਸ਼ ਹੈ। ਜਦੋਂ ਗੁਰੂ ਨੂੰ ਧਿਆ ਕੇ ਹਥਿਆਰ ਦੇ ਮੁੱਠੇ 'ਤੇ ਹੱਥ ਧਰਦੇ ਨੇ, ਫਿਰ ਇਹਨਾਂ ਦੇ ਸਾਹਮਣੇ ਕੋਈ ਨਹੀਂ ਖੜ ਸਕਦਾ। ਅਤੇ ਗੁਰੂ ਦੀ ਇਬਾਦਤ ਗੁਰਦੁਆਰੇ ਵਿੱਚ ਹੁੰਦੀ ਹੈ। ਉਹਨੇ ਇਬਾਦਤ ਗਾਹ ਦੇ ਵਿੱਚ ਆਪਣੇ ਬੰਦੇ ਡਿਪਿਊਟ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਕੋਲੋਂ ਇਬਾਦਤ ਗਾਹ ਦੇ ਵਿੱਚ ਐਸੇ ਕੰਮ ਕਰਾ ਲਓ, ਐਸੇ ਬੰਦੇ ਬਿਠਾ ਦਿਓ ਜਿਹੜੇ ਇਹਨਾਂ ਨੂੰ, ਮੱਛੀ ਦਾ ਕੀ ਮਾਰਨਾ, ਮੱਛੀ ਨੂੰ ਕਿਤੇ ਬਰੂਦ ਤੇ ਟੈਂਕਾਂ ਥੱਲੇ ਤੇ ਕਿ ਥੋੜ੍ਹਾ ਮਾਰੀ ਦਾ, ਪਾਣੀ 'ਚੋਂ ਬਾਹਰ ਕੱਢ ਦਿਓ, ਮਰ ਜਾਂਦੀ। ਇਹਨਾਂ ਨੂੰ ਗੁਰਦੁਆਰਿਆਂ ਨਾਲੋਂ ਤੋੜ ਦਿਓ, ਐਸੇ ਕੁਕਰਮੀ ਬੰਦੇ ਬਿਠਾ ਦਿਓ, ਇਹ ਐਸਾ ਕਰਨ ਲੱਗ ਪੈਣ ਵੀ ਅਸੀਂ ਗੁਰਦੁਆਰੇ ਨਹੀਂ ਜਾਣਾ। ਐਸੀ ਸੋਚ ਪਨਪੀ ਵੀ। ਆਪਣੇ ਚੁਣ ਚੁਣ ਕੇ ਐਸੇ ਬਦਮਾਸ਼ ਕਿਸਮ ਦੇ ਲੋਕ ਗੁਰਦੁਆਰਿਆਂ ਦੇ ਉੱਤੇ ਬਿਠਾ ਦਿੱਤੇ। ਅੱਜ ਵੀ ਆਪਾਂ ਵੇਖਦੇ ਹਾਂ ਕਈ ਉਸ ਵਕਤ ਦੇ ਅਖਾੜੇ ਨੇ ਜਿਨ੍ਹਾਂ ਦੇ ਨਾਂ 'ਤੇ ਜ਼ਮੀਨਾਂ ਲਵਾ ਦਿੱਤੀਆਂ ਗਈਆਂ। ਲੈ, ਤੇਰੇ ਨਾਂ 'ਤੇ ਗੁਰਦੁਆਰੇ ਦੀ ਜ਼ਮੀਨ ਲੱਗੇ, ਜੋ ਮਰਜ਼ੀ ਕਰੀ ਜਾ, ਖਾਈ ਜਾ, ਪੀ ਜਾ, ਤੇਰੀ ਆਮਦਨ ਦਾ ਸਾਧਨ ਬਣ ਗਿਆ। ਇਸੇ ਤਰ੍ਹਾਂ ਦਾ ਵਰਤਾਰਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਸਥਾਨ ਦੇ ਵਿੱਚ ਵੀ ਵਾਪਰਿਆ। ਉੱਥੇ ਕਿਉਂਕਿ ਕੇਂਦਰੀ ਸਥਾਨ ਸੀ, ਜਿਵੇਂ ਦੱਸਿਆ ਗਿਆ, ਹਰਿਮੰਦਰ ਸਾਹਿਬ ਤੋਂ ਵੀ ਵੱਧ ਸਿੱਖਾਂ ਦੀ ਆਸਥਾ ਦਾ ਕੇਂਦਰ ਸੀ, ਸਿੱਖੀ ਦਾ ਧੁਰਾ ਸੀ। ਉੱਥੇ ਦੀ ਚੜ੍ਹਤ ਵੀ ਬਹੁਤ ਸੀ। ਗੁਰੂ ਕੇ ਸਿੱਖ ਉੱਥੇ ਸ਼ਰਧਾ ਬਸ ਮਾਇਆ ਵੀ ਬੜੀ ਭੇਟ ਕਰਦੇ, ਰਸਤਾਂ ਵਸਤਾਂ ਵੀ ਬੜੀਆਂ ਭੇਟ ਕਰਦੇ। ਉੱਥੇ ਮਹੰਤ ਨਰੈਣ ਦਾਸ ਉਹਨਾਂ ਨੇ ਬਿਠਾ ਦਿੱਤਾ, ਜਿਹਨੂੰ ਆਪਾਂ ਨਰੈਣੂ ਕਹਿੰਦੇ। ਅਤੇ ਹੋਇਆ ਕਿ 1917 ਦੀ ਗੱਲ ਹੈ। 1917 ਦੇ ਵਿੱਚ ਇੱਕ ਸਿੰਧੀ ਅਫਸਰ ਆਪਣੇ ਪਰਿਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਆਇਆ। ਉਹਦੀ 12 ਸਾਲ ਦੀ ਬੱਚੀ ਦੇ ਨਾਲ ਮਹੰਤ ਦੇ ਗੁੰਡਿਆਂ ਨੇ ਬਲਾਤਕਾਰ ਕੀਤਾ। ਐਸਾ ਘਿਨਾਉਣਾ ਕਾਰਜ ਕੀਤਾ, ਉਹ ਪਿੱਟ ਕੇ ਮਰ ਗਿਆ। ਅੰਗਰੇਜ਼ ਹਕੂਮਤ ਕੋਲ ਵੀ ਜਾ ਕੇ ਰੋਇਆ, ਪੰਥ ਕੋਲ ਵੀ ਰੋਇਆ, ਪਰੰਤੂ ਕੋਈ ਸੁਣਵਾਈ ਨਾ ਹੋਈ। ਫਿਰ 1918 ਦੇ ਵਿੱਚ ਲਾਇਲਪੁਰ ਤੋਂ ਇੱਕ ਬੀਬੀਆਂ ਦਾ ਜਥਾ ਆਇਆ। ਉਸ ਬੀਬੀਆਂ ਤਾਂ ਆਈਆਂ ਸਨ ਸੇਵਾ ਕਰਨ ਪੁੰਨਿਆਂ ਦੇ ਉੱਤੇ। ਬੀਬੀਆਂ ਦੇ ਵਿੱਚੋਂ 6 ਬੀਬੀਆਂ ਨੂੰ ਚੁੱਕ ਕੇ ਲੈ ਗਏ ਮਹੰਤ ਦੇ ਗੁੰਡੇ, ਅਤੇ ਉਹਨਾਂ ਦੇ ਨਾਲ ਵੀ ਬਦਸਲੂਕੀ ਕੀਤੀ, ਉਹਨਾਂ ਦਾ ਬਲਾਤਕਾਰ ਕੀਤਾ ਗਿਆ। ਪੰਥ ਜਾਗਰੂਕ ਲੋਕਾਂ ਦਾ ਸੀ। ਪੰਥ ਨੇ ਸੋਚਿਆ ਵੀ ਹੁਣ ਅੰਗਰੇਜ਼ ਹਕੂਮਤ ਵੀ ਗੱਲ ਨਹੀਂ ਸੁਣ ਰਹੀ, ਮਹੰਤ ਵੀ ਗੱਲ ਨਹੀਂ ਸੁਣ ਰਿਹਾ, ਹੁਣ ਤੇ
ਕਰਾਰੇ ਹੱਥਾਂ ਤੋਂ ਬਿਨਾਂ ਮਿੱਤ ਨਹੀਂ ਹੋਣ ਲੱਗਾ ਮਹੰਤ, ਇਹਨੂੰ ਹੁਣ ਕਰਾਰੇ ਹੱਥ ਦਿਖਾਲਣੇ ਪੈਣਗੇ। ਜਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਚੁੱਕੀ ਸੀ, ਨਾਮਜ਼ਦ ਹੋ ਚੁੱਕੀ ਸੀ, ਅਤੇ ਮੈਂ ਮਾੜੀ ਜਿਹੀ ਗੱਲ ਇਸ ਤੋਂ ਪਹਿਲੀ ਵੀ ਦੱਸ ਦਿਆਂ, ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਆਪਣਾ ਸਰਬਰਾਹ ਲਾ ਦਿੱਤਾ। ਉਹ ਜਿਹੜਾ ਸਰਬਰਾਹ ਲਾਇਆ, ਉਹਨੇ ਕਾਮਾ ਗਾਟਾ ਮਾਰੂ ਦੇ ਜਿਹੜੇ ਯੋਧੇ ਸਨ, ਉਹਨਾਂ ਦੇ ਲਈ ਇੱਕ ਹੁਕਮ ਜਾਰੀ ਕਰਤਾ ਵੀ ਉਹ ਸਿੱਖੇ ਹੀ ਨਹੀਂ, ਉਹ ਤਾਂ ਦੇਸ਼ ਵਿਰੋਧੀ ਲੋਕ ਨੇ। ਫਿਰ ਜਲ੍ਹਿਆਂਵਾਲੇ ਬਾਗ ਦੇ ਸਾਕੇ ਦੇ ਜਿਹੜਾ ਜ਼ਿੰਮੇਵਾਰ ਵਿਅਕਤੀ ਸੀ ਜਨਰਲ ਡਾਇਰ, ਉਹਨੂੰ ਸਰੋਪਾ ਦੇ ਦਿੱਤਾ ਗਿਆ। ਬੜੀਆਂ ਲਹਿਰਾਂ ਉੱਠੀਆਂ ਦੁਆਬੇ ਦੇ ਵਿੱਚ, ਬੱਬਰ ਅਕਾਲੀ ਲਹਿਰ ਉੱਠੀ ਇਸੇ ਮਕਸਦ ਦੇ ਲਈ ਬਈ ਹੁਣ ਇੱਦਾਂ ਨਹੀਂ ਗੱਲ ਬਣਨੀ, ਜਿਹੜੇ ਪੰਥ ਦੇ ਦੁਸ਼ਮਣ ਨੇ ਉਹਨਾਂ ਨੂੰ ਤੇਗ ਦੀ ਨੋਕ ਦੇ ਉੱਤੇ ਸਬਕ ਸਿਖਾਇਆ ਜਾਏਗਾ। ਉਹਨਾਂ ਨੇ ਬੜਾ ਵੱਡਾ ਯਤਨ ਕੀਤਾ, ਔਰ ਕਰਦਿਆਂ ਕਰਦਿਆਂ ਸ਼ਾਇਦ 26 ਜਨਵਰੀ 1921 ਦੀ ਗੱਲ ਹੈ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹਾਊਸ ਵਿੱਚ ਪਾਸ ਕੀਤਾ ਵੀ ਮਹੰਤ ਦੀਆਂ ਆਪ ਹੁਦਰੀਆਂ ਦਾ ਜਵਾਬ ਦੇਣ ਦੇ ਲਈ ਨਨਕਾਣਾ ਸਾਹਿਬ ਦੇ ਵਿੱਚ ਇੱਕ ਵਿਸ਼ਾਲ ਸਿੱਖ ਕਾਨਫਰੰਸ ਕੀਤੀ ਜਾਏਗੀ, ਜਿਹੜੀ ਮਹੰਤ ਨੂੰ ਅਤੇ ਅੰਗਰੇਜ਼ ਹਕੂਮਤ ਨੂੰ ਚੁਣੌਤੀ ਦੇਵੇਗੀ। ਮਹੰਤ ਨੂੰ ਪਤਾ ਲੱਗ ਗਿਆ, ਮੈਂ ਛੋਟਾ ਕਰਕੇ ਦੱਸਦਾ, ਮਹੰਤ ਨੂੰ ਪਤਾ ਲੱਗ ਗਿਆ, ਅਤੇ ਮਹੰਤ ਨੇ ਬਰਾਬਰ ਉਸ ਤੋਂ ਪਹਿਲਾਂ ਮਾਰਚ ਦੇ ਵਿੱਚ ਇਹ ਤੈਅ ਹੋਇਆ ਸੀ ਕਿ 4, 5, 6 ਮਾਰਚ ਨੂੰ ਅਸੀਂ ਬਹੁਤ ਵੱਡੀ ਵਿਸ਼ਾਲ ਸਿੱਖ ਕਾਨਫਰੰਸ ਕਰਾਂਗੇ। ਮਹੰਤ ਨੇ ਉਸ ਤੋਂ ਪਹਿਲਾਂ ਹੀ ਸਨਾਤਨ ਸਭਾ ਦਾ ਆਯੋਜਨ ਕਰ ਲਿਆ। ਉਹਦੇ ਵਿੱਚ ਜਿੰਨੇ ਉਹਨੇ ਨਾਮਵਰ ਗੁੰਡੇ ਸੀ ਉਹਨਾਂ ਨੂੰ ਬੁਲਾਇਆ ਗਿਆ, ਔਰ ਉਹਨਾਂ ਨੂੰ ਬੁਲਾ ਕੇ ਕਿਹਾ ਗਿਆ ਕਿ ਸਿੱਖ ਆ ਰਹੇ ਨੇ 4, 5, 6 ਨੂੰ। ਉਹਨੇ ਫਰਵਰੀ ਮਹੀਨੇ ਕਰ ਲਿਆ ਸਨਾਤਨ ਸਭਾ, ਅਤੇ ਉਹਨੇ ਕਿਹਾ ਸੁੱਕਾ ਕੋਈ ਨਹੀਂ ਜਾਣਾ ਚਾਹੀਦਾ, ਆਪਣੇ ਟਕੂਏ ਗੜਾਸੇ ਨਾਲ ਲੈ ਕੇ ਆਏ। ਭਾਈ ਵਰਿਆਮ ਸਿੰਘ ਉੱਥੇ ਉਹ ਕੰਮ ਕਰਦੇ ਸਨ ਉਹਨਾਂ ਦੇ ਨਾਲ, ਉਹ ਪੰਥ ਦੇ ਹਮਦਰਦ ਸੀ। ਉਹਨਾਂ ਦਿਨਾਂ ਦੇ ਵਿੱਚ ਮਾਸਟਰ ਤਾਰਾ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਲਾਹੌਰ ਵਿੱਚ ਸਨ। ਲਾਹੌਰ ਵਿੱਚ ਝੱਬਰ ਸਾਹਿਬ ਵੀ ਨਾਲ ਸਨ। ਭਾਈ ਵਰਿਆਮ ਸਿੰਘ ਨੇ ਕਿਸੇ ਤਰੀਕੇ ਉਹਨਾਂ ਨੂੰ ਇਹ ਖਬਰ ਪਹੁੰਚਾ ਦਿੱਤੀ ਕਿ ਮਾਸਟਰ ਜੀ ਤੁਸੀਂ 4, 5, 6 ਦੀ ਉੱਥੇ ਸਿੱਖ ਕਾਨਫਰੰਸ ਰੱਖੀ ਬੈਠੇ ਹੋ, ਮਹੰਤ ਨੇ ਗੁੰਡੇ ਤਿਆਰ ਕਰ ਲਏ ਨੇ, ਉਹਦੇ ਕੋਲ ਬਹੁਤ ਸ਼ਸਤਰ ਹੈ, ਬੜਾ ਵੱਡਾ ਨੁਕਸਾਨ ਹੋ ਜਾਣਾ, ਉਹਨੂੰ ਟਾਲ ਦਿੱਤਾ ਜਾਵੇ। ਇੰਨੀ ਦੇਰ ਨੂੰ ਭਾਈ ਲਛਮਣ ਸਿੰਘ ਧਾਰੋਵਾਲੀ ਅਤੇ ਬਾਬਾ ਦਲੀਪ ਸਿੰਘ ਹੋਰੀ ਜਥੇ ਲੈ ਕੇ ਤੁਰ ਚੁੱਕੇ ਸਨ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਮਹੰਤ ਕੋਲ। ਭਾਈ ਵਰਿਆਮ ਸਿੰਘ ਦਾ ਸੁਨੇਹਾ ਮਿਲਣ ਤੋਂ ਬਾਅਦ ਮਾਸਟਰ ਜੀ ਨੇ ਬਹੁਤ ਯਤਨ ਕੀਤਾ, 2-3 ਵਾਰੀ ਅਪਰੋਚ ਕੀਤਾ ਜਥੇ ਨੂੰ, ਭਾਈ ਲਛਮਣ ਸਿੰਘ ਨੂੰ ਮਿਲ ਵੀ ਗਏ ਕਿ ਸਾਨੂੰ ਆਹ ਖਬਰਾਂ ਆਈਆਂ ਨੇ, ਕੌਮ ਦਾ ਬੜਾ ਵੱਡਾ ਘਾਣ ਹੋ ਜਾਣਾ, ਅਤੇ ਤੁਸੀਂ ਮੁੜ ਜਾਓ, ਜਥੇ ਹਜੇ ਨਾ ਲੈ ਕੇ ਜਾਓ, ਬਾਅਦ ਵਿੱਚ ਜੋ ਹੁਕਮ ਹੋਵੇਗਾ ਦੇਖ ਲਾਂਗੇ। ਧੰਨ ਹੈ ਭਾਈ ਲਛਮਣ ਸਿੰਘ ਜਿਹਨੇ ਆਖ ਦਿੱਤਾ ਕਿ ਅਸੀਂ ਅਰਦਾਸਾ ਸੋਧ ਕੇ ਤੁਰੇ ਹਾਂ, ਹੁਣ ਤਾਂ ਜਾਂ ਜਿੱਤ ਪ੍ਰਾਪਤ ਕਰਕੇ ਮੁੜਾਂਗੇ ਜਾਂ ਸ਼ਹੀਦੀ ਪ੍ਰਾਪਤ ਕਰਕੇ ਮੁੜਾਂਗੇ, ਹੁਣ ਅਸੀਂ ਨਹੀਂ ਮੁੜਨਾ, ਸਾਡੀ ਜਾ ਕੇ ਮਾਫੀ ਮੰਗ ਲੈਣੀ ਲੀਡਰਾਂ ਕੋਲ। ਉਹ ਹਾਲਾਤ ਆਪਾਂ ਸਾਰੇ ਹੀ ਦੇਖੇ, ਬਹੁਤ ਕੁਝ ਅਤਿਆਚਾਰ ਹੋਇਆ। ਅੰਗਰੇਜ਼ ਹਕੂਮਤ ਨੂੰ ਜਾ ਕੇ ਸਿੱਖ ਲੀਡਰ ਜ਼ੋਰ ਪਾ ਕਹਿੰਦੇ ਰਹੇ ਨਨਕਾਣਾ ਸਾਹਿਬ 'ਚ ਆਹ ਹੋ ਗਿਆ, ਤੁਸੀਂ ਮੌਕਾ ਦੇਖਣ ਆਓ, ਮੌਕਾ ਦੇਖਣ ਆਓ, ਕੋਈ ਨਾ। ਸ਼ਾਮ ਪੈ ਗਈ, ਜਦੋਂ ਇਕੱਠੇ ਕੀਤੇ ਪਿੰਜਰ ਲਿਆ ਕੇ ਉਹਨਾਂ ਨੂੰ ਅੱਗ ਲਾਈ ਗਈ, ਅਤੇ ਉਸ ਵੇਲੇ DC ਆਇਆ, ਅਤੇ ਉਹਨਾਂ ਨੇ ਵੇਖ ਲਿਆ ਵੀ ਪੰਥ ਦਾ ਰੋਹ ਜਿੰਨਾ ਹੈ, ਵੋਟਾਂ ਵਾਲੇ ਤੇ ਮੋਹਰੇ ਬੰਦੇ ਦੇਖਦੇ ਨਾ ਵੋਟਾਂ ਕਿੰਨੀਆਂ ਨੇ, ਅਤੇ ਉਹਨਾਂ ਦੇਖਿਆ ਵੀ ਹਾਲਾਤ ਵਿਗੜ ਜਾਣਗੇ। ਉੱਥੋਂ ਪੰਥ ਨੇ ਫਿਰ ਗੁਰਦੁਆਰਾ ਸੁਧਾਰ ਲਹਿਰ ਦਾ ਜਿਹੜਾ ਮੋਰਚਾ ਸੀ ਉਹ ਜਿੱਤਣਾ ਆਰੰਭ ਕੀਤਾ। ਫਿਰ ਬਾਬੇ ਕੀ ਬੇਰ ਦਾ ਜ਼ਿਕਰ ਹੋਇਆ ਇੱਥੇ, ਉਹ ਕਿਵੇਂ ਚਾਬੀਆਂ ਲਈਆਂ, ਸਾਰਾ ਕੁਝ ਸਿਲਸਿਲਾ ਚੱਲਦਾ ਰਿਹਾ, ਉਹ ਸਾਰਾ ਕੁਝ ਬਣਦਾ ਗਿਆ। ਹੁਣ ਅਸੀਂ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਜਦੋਂ ਤੁਸੀਂ ਪ੍ਰਬੰਧ ਦਾ ਹਿੱਸਾ ਵੀ ਹੁੰਦੇ ਹੋ ਨਾ, ਤੁਹਾਡੀ ਪਹੁੰਚ ਤੋਂ ਬਾਹਰ ਹੋ ਜਾਂਦੀਆਂ ਨੇ। ਮੈਂ ਬੇਨਤੀ ਪਹਿਲੇ ਤਾਂ ਹੀ ਕੀਤੀ ਸੀ, ਉੱਥੇ ਫੈਸਲੇ ਸੰਗਤ ਦੀ ਮਨਸ਼ਾ ਮੁਤਾਬਕ ਨਹੀਂ, ਜਾਂ ਬਹੁਤ ਸੰਮਤੀ ਨਾਲ ਅਤੇ ਜਾਂ ਸ਼ਾਸਕ ਦੀ ਇੱਛਾ ਮੁਤਾਬਕ ਹੁੰਦੇ ਨੇ। ਪੰਥ ਨਹੀਂ ਸੀ ਚਾਹੁੰਦਾ ਸੌਦਾ ਸਾਧ ਨੂੰ ਮਾਫੀ ਦਿੱਤੀ ਜਾਵੇ, ਅਸੀਂ ਵਿਰੋਧ ਵੀ ਕੀਤਾ, ਕੀ ਸਾਡਾ ਕੋਈ ਪ੍ਰਾਪਤ ਨਹੀਂ ਹੋਇਆ। ਅਸੀਂ ਵਿਰੋਧ ਵੀ ਕੀਤਾ, ਸਾਰਾ ਕੁਝ ਕੀਤਾ, ਲਿਖਤੀ ਨੋਟ ਦਿੱਤੇ ਵੀ ਤੁਸੀਂ ਕੋਈ ਸ਼ਰਮ ਕਰੋ ਮਾੜੀ ਮੋਟੀ, ਜਥੇਦਾਰਾਂ ਦੇ ਖਿਲਾਫ ਬਿਆਨ ਵੀ ਦਿੱਤੇ, ਬੋਲੇ ਵੀ, ਕੁਛ ਨਹੀਂ ਹੋਇਆ, ਕਿਉਂਕਿ ਸ਼ਾਸਕ ਦੀ ਮਰਜ਼ੀ ਸੀ, ਉਹਨਾਂ ਨੇ ਕਰ ਲਿਆ।
ਤੇ ਕਈ ਵਾਰੀ ਮੈਨੂੰ ਇਦਾਂ ਲੱਗਦਾ ਜਿਹੜੀਆਂ ਧਿਰਾਂ ਆਪਾਂ ਉਸ ਪ੍ਰਬੰਧ ਤੇ ਕਾਬਜ਼ ਹੋਣਾ ਚਾਹੁੰਦੀਆਂ ਨੇ ਨਾ, ਜਾਂ ਮੈਂ ਤੇ ਸਿਰਫ ਇਹਨੂੰ ਪ੍ਰਬੰਧਕੀ ਸੰਸਥਾ ਇਸ ਕਰਕੇ ਕਹਿ ਰਿਹਾ ਕਿ ਦੁਨੀਆ ਦੇ ਵਿੱਚ ਹੋਰ ਵੀ ਬਹੁਤ ਗੁਰਦੁਆਰੇ ਨੇ, ਔਰ ਇਸ ਛੋਟੇ ਜਿਹੇ ਖਿੱਤੇ ਨਾਲੋਂ 70 75 80 200 ਗੁਰਦੁਆਰਿਆਂ ਤੋਂ ਵੱਧ ਸਾਰੀ ਦੁਨੀਆ ਦੇ ਵਿੱਚ ਗੁਰਦੁਆਰੇ ਨੇ, ਔਰ ਸਿੱਖ ਪ੍ਰਬੰਧ ਕਰਦੇ ਨੇ। ਇੱਧਰ ਨੂੰ ਹੀ ਧਿਆਨ ਕਿਉਂ ਹੈ? ਇੱਧਰ ਨੂੰ ਇਸ ਕਰਕੇ ਧਿਆਨ ਹੈ ਕਿਉਂਕਿ ਇੱਕ ਤਾਂ ਇਸ ਸੰਸਥਾ ਦਾ ਓਰੀਜਨ ਸ੍ਰੀ ਨਨਕਾਣਾ ਸਾਹਿਬ ਨਾਲ ਜੁੜਿਆ ਹੋਇਆ, ਇੱਕ ਇਹਦੇ ਪ੍ਰਬੰਧ ਥੱਲੇ ਨੋਟੀਫਾਈਡ ਇਤਿਹਾਸਕ ਗੁਰਦੁਆਰਾ ਸਾਹਿਬਾਨ ਹਨ ਜਿਹੜੇ ਸਾਡੇ ਇਤਿਹਾਸ ਦੀਆਂ ਧਰੋਹਰ ਹਨ, ਇੱਕ ਇਹਦਾ ਬਜਟ ਜ਼ਿਆਦਾ ਹੈ, ਹੋਰ ਤਾਂ ਕੋਈ ਗੱਲ ਨਹੀਂ। ਬਾਕੀ ਵੀ ਸੰਸਥਾਵਾਂ ਨੇ ਗੁਰਦੁਆਰਾ ਪ੍ਰਬੰਧ ਕਰਨ ਦੇ ਲਈ 3-4 ਤਰੀਕੇ ਹੀ ਨੇ ਨਾ। ਇੱਕ ਤਾਂ ਐਕਟ ਥੱਲੇ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈ, ਜੰਮੂ ਕਸ਼ਮੀਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਹੈ, ਉੱਥੇ ਚੋਣ ਹੁੰਦੀ ਹੈ। ਹੁਣ ਹਰਿਆਣੇ ਵਾਲਿਆਂ ਦਾ ਬਣ ਗਿਆ। ਪਟਨਾ ਸਾਹਿਬ ਬੋਰਡ ਦਾ ਐਕਟ ਹੈ, ਹਜੂਰ ਸਾਹਿਬ ਬੋਰਡ ਦਾ ਐਕਟ ਹੈ, ਉਹ ਇੱਕ ਤਾਂ ਐਕਟ ਮੁਤਾਬਕ ਬਣਦੇ ਨੇ। ਦੂਜਾ ਤਰੀਕਾ ਟਰਸਟ ਬਣਾ ਕੇ ਕੁਝ ਲੋਕ ਕਰਦੇ ਨੇ। ਆ ਲੁਧਿਆਣੇ ਸ਼ਹਿਰ ਦੇ ਵਿੱਚ ਵੀ ਬੜੇ ਟਰਸਟ ਬਣੇ ਹੋਏ ਨੇ, ਇੱਕ ਇੱਕ ਟੱਬਰ ਦੇ ਟਰਸਟ ਨੇ, ਕੋਈ ਬੰਦੇ ਦਾ ਕਿਸੇ ਦਾ ਕੋਈ ਦਖਲ ਨਹੀਂ। ਬਾਹਰ ਵਿਦੇਸ਼ਾਂ ਵਿੱਚ ਵੀ ਬਣੇ ਹੋਏ ਨੇ। ਆ ਕਈ ਅਸੀਂ ਪਹਿਲਾਂ ਲਫ਼ਜ਼ ਪੜ੍ਹਨਾ ਜਦੋਂ ਕਹਿਣਾ ਜੀ ਫਲਾਣੇ ਵਿਅਕਤੀ ਨੇ ਫਲਾਣੇ ਵਿਅਕਤੀ ਨੂੰ ਫਲਾਣੇ ਪ੍ਰਧਾਨ ਨੇ ਉਹ ਟਰੈਸਪਾਸ ਦੇ ਦਿੱਤਾ, ਟਰੈਸਪਾਸ ਨੋਟਿਸ ਦੇ ਦਿੱਤਾ। ਅਸੀਂ ਕਹਿਣਾ ਟਰੈਸਪਾਸ ਨੋਟਿਸ ਕੀ ਹੁੰਦਾ? ਕਹਿਣਾ ਜੀ ਉਹਦੀ ਮਰਜ਼ੀ ਤੋਂ ਬਿਨਾਂ ਉਹ ਗੁਰਦੁਆਰੇ ਦੀ ਜੂਹ 'ਚ ਨਹੀਂ ਵੜ ਸਕਦਾ। ਮੈਂ ਉੱਥੇ ਨਿਊਜ਼ੀਲੈਂਡ ਗਿਆ ਸੀ, ਹੈਮਿਲਟਨ ਗੁਰਦੁਆਰੇ ਦੇ ਵਿੱਚ ਇੱਕ ਮੁੰਡਾ ਸਾਡੇ ਪਿੰਡਾਂ ਦਾ ਅਜੀਤ ਸਿੰਘ, ਉਹਨੂੰ ਦੇ ਦਿੱਤਾ ਵੀ ਇਹ ਗੁਰਦੁਆਰੇ ਦੀ ਜੂਹ ਵਿੱਚ ਸਾਡੀ ਮਰਜ਼ੀ ਤੋਂ ਬਿਨਾਂ ਨਹੀਂ ਵੜ ਸਕਦਾ। ਅਤੇ ਮੈਂ ਉੱਥੇ ਸਿੱਖ ਸਾਰੇ ਇਕੱਠੇ ਹੋ ਕੇ ਮੇਰੇ ਕੋਲ ਬੈਠੇ ਜ਼ਿੰਮੇਵਾਰ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਪੰਜਾਬ ਲਈ ਤਾਂ ਬੜੇ ਚਿੰਤਾ ਤੋਰੋ, ਇੱਥੇ ਗੁਰਦੁਆਰੇ ਗੁਰੂ ਨੂੰ ਮੱਥਾ ਟੇਕਣ ਦੇ ਲਈ ਵੀ ਪ੍ਰਧਾਨ ਨੂੰ ਪੁੱਛ ਕੇ ਜਾਣਾ ਪਏਗਾ। ਇਹ ਗੁਰਦੁਆਰਾ ਤਾਂ ਹੈ ਨਹੀਂ। ਜਦੋਂ ਸਾਰੀ ਗੱਲ ਪਤਾ ਕੀਤੀ ਤਾਂ ਉਹ ਕਹਿੰਦੇ ਜੀ ਇਹ ਤਾਂ ਸੁਸਾਇਟੀ ਐਕਟ ਥੱਲੇ ਰਜਿਸਟਰਡ ਇੱਕ ਸੁਸਾਇਟੀ ਹੈ, ਇਹਨੂੰ 5 ਬੰਦੇ ਚਲਾਉਂਦੇ ਨੇ, ਹਰ ਸਾਲ ਆਪਣੀ ਬੈਲੈਂਸ ਸ਼ੀਟ ਭਰਦੇ ਨੇ, ਜਿਹੜੀ ਸ਼ਰਧਾ ਵਸ ਮਾਇਆ ਗੋਲਕ 'ਚ ਪੈਂਦੀ ਆ, ਜੇ ਉਹ ਖਰਚੇ ਕਰਕੇ ਵੱਧ ਜਾਂਦੀ ਆ ਉਹ ਇਹਨਾਂ ਦਾ ਸ਼ੇਅਰ ਬਣ ਜਾਂਦਾ, ਸ਼ੇਅਰ ਵੰਡਦੇ ਨੇ, ਕਾਨੂੰਨੀ ਤੌਰ 'ਤੇ ਵੰਡਦੇ ਨੇ। ਗੁਰਦੁਆਰਾ ਨਿਥਾਵਿਆਂ ਦਾ ਥਾਂ ਸੀ, ਨਿਤਰਿਆਂ ਦੀ ਧਿਰ ਸੀ, ਨਿਆਸਰਿਆਂ ਦਾ ਆਸਰਾ ਸੀ, ਨਿਓਟਿਆਂ ਦੀ ਓਟ ਸੀ, ਨਿਪੱਤਿਆਂ ਦੀ ਪੱਤ ਢਕਣ ਵਾਲਾ ਸੀ, ਰਾਹੀਆਂ ਦੇ ਲਈ ਆਰਾਮਗਾਹ ਸੀ, ਰੋਗੀਆਂ ਦੇ ਲਈ ਸ਼ਫਾਖਾਨਾ ਸੀ, ਜਿਨ੍ਹਾਂ ਦੇ ਸਿਰ 'ਤੇ ਛੱਤ ਨਹੀਂ ਉਹਨਾਂ ਦੇ ਲਈ ਉਹਨਾਂ ਦਾ ਰਹਿਣ ਬਸੇਰਾ ਵੀ ਸੀ। ਉਹ ਪਰਿਭਾਸ਼ਾ ਹੀ ਖਤਮ ਕਰ ਦਿੱਤੀ, ਅਸੀਂ ਆਪੇ ਹੀ ਖਤਮ ਕੀਤੀ ਹੈ ਨਾ। ਤੀਜਾ ਤਰੀਕਾ ਕੀ ਹੈ? ਆ ਡੇਰੇਦਾਰੀ ਸੰਪਰਦਾਇ। ਅੱਜ ਕਈ ਸੰਪਰਦਾਇਕ ਲੋਕ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ਼ ਹੋਣਾ ਚਾਹੁੰਦੇ ਨੇ, ਪਰੰਤੂ ਉਹ ਭੁੱਲ ਜਾਂਦੇ ਨੇ ਕਿ ਤੁਹਾਡੀਆਂ ਗੋਲਕਾਂ ਦੇ ਵਿੱਚ ਵੀ ਤਾਂ ਮਾਇਆ ਸੰਗਤ ਹੀ ਪਾਉਂਦੀ ਹੈ। ਤੁਸੀਂ ਕਦੀ ਕਿਸੇ ਨੂੰ ਹਿਸਾਬ ਦਿੱਤਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਨਿਜ਼ਾਮ ਹੈ, ਜਿਸ ਨਿਯਮ ਨਾਲ ਚੱਲਦੀ ਹੈ, ਮੈਂ ਅੱਜ ਵੀ ਦਾਅਵੇ ਨਾਲ ਕਹਿ ਸਕਦਾ ਉਸ ਤੋਂ ਵਧੀਆ ਸਿਸਟਮ ਹੋ ਨਹੀਂ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਟਰਾਂਸਪੇਰੈਂਟ ਸਿਸਟਮ ਹੈ। ਜੇ ਤੁਸੀਂ ਪੜ੍ਹੋ, ਜੇ ਕਿਸੇ ਨੇ ਗਿਆਨ ਹਾਸਲ ਕਰਨਾ ਹੋਵੇ, ਗੁਰਦੁਆਰਾ ਐਕਟ ਬੜਾ ਵੱਡਾ ਵਿਸ਼ਾ ਨਾ ਪੜ੍ਹੋ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਵਿਸ ਰੂਲਸ, ਪ੍ਰਬੰਧ ਸਕੀਮ ਅਤੇ ਜਿਹੜੇ ਬਾਈ ਲਾਜ਼ ਨੇ ਉਹ ਜ਼ਰੂਰ ਪੜ੍ਹਨੇ ਚਾਹੀਦੇ ਨੇ। ਫਿਰ ਪਤਾ ਲੱਗਦਾ ਇਹ ਕਿੱਡੀ ਵੱਡੀ ਸੰਸਥਾ ਅਤੇ ਕਿੰਨੀ ਟਰਾਂਸਪੇਰੈਂਸੀ ਹੈ ਇਹਦੇ 'ਚ। ਪਰੰਤੂ ਹਰ ਕਾਨੂੰਨ ਐਸਾ ਕਾਨੂੰਨ ਹੁੰਦਾ ਜਿਸ ਕਾਨੂੰਨ ਨੂੰ ਹੁਕਮਰਾਨ ਆਪਣੀ ਮਰਜ਼ੀ ਮੁਤਾਬਕ ਘੁਮਾ ਸਕਦਾ, ਘੁਮਾਇਆ ਵੀ ਜਾਂਦਾ। ਕਈ ਮਸਲੇ ਵੱਡੇ ਵੱਡੇ ਮਸਲੇ ਸਬ ਕਮੇਟੀਆਂ 'ਚ ਹੀ ਘੱਟੇ ਰੋਲ ਜਾਂਦੇ ਨੇ, ਕੋਈ ਪੁੱਛਣ ਦੱਸਣ ਵਾਲਾ ਨਹੀਂ ਹੁੰਦਾ। ਅਤੇ ਮੈਂ ਚਲੋ ਇਹ ਗੱਲਾਂ ਆਪਾਂ ਬਹੁਤ ਵਾਰੀ ਕੀਤੀਆਂ, ਮੈਂ ਕੁਝ ਗੱਲਾਂ ਐਸੀਆਂ ਕਰਨੀਆਂ ਜਿਹੜੀਆਂ ਅਸੀਂ ਚਾਹੁੰਦੇ ਹੋਏ ਵੀ ਨਹੀਂ ਕਰ ਸਕੇ ਅਤੇ ਮੇਰੀ ਇੱਛਾ ਹੈ ਕਿ ਉਹ ਹੋਣੀਆਂ ਚਾਹੀਦੀਆਂ। ਵਾਹਿਗੁਰੂ ਕਰੇ ਕੁਝ ਐਸੇ ਸਿੰਘਾਂ ਦੇ ਹੱਥ ਇਸ ਜਥੇਬੰਦੀ ਦੀ ਪ੍ਰਬੰਧਕੀ ਬਾਗਡੋਰ ਆਵੇ ਅਤੇ ਉਹ ਆਉਣ ਵਾਲੇ ਸਮੇਂ ਵਿੱਚ ਕਰਨ, ਇਸ ਲਈ ਮੈਂ ਉਹ ਗੱਲਾਂ ਜ਼ਰੂਰ ਕਰਨੀਆਂ ਚਾਹੁੰਦਾ। ਮੇਰਾ ਇਹ ਹਮੇਸ਼ਾ ਹੀ ਮਨਸ਼ਾ ਰਹੀ ਹੈ, ਮੈਂ 2004 ਤੋਂ ਇਹ ਯਤਨ ਕਰ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਨਹੀਂ, ਸਮੁੱਚੇ ਪੰਥ ਦਾ ਪ੍ਰਚਾਰ ਦਾ ਜਿਹੜਾ ਸਿਸਟਮ ਹੈ ਉਹ ਫਾਲਟੀ ਹੋ ਚੁੱਕਾ, ਉਹ ਠੀਕ ਨਹੀਂ, ਅਪਡੇਟ ਨਹੀਂ ਚਾਹੀਦਾ ਇਹ ਸਿਸਟਮ। ਇਹ ਸਿਸਟਮ ਮੈਨੂੰ ਨਹੀਂ ਲੱਗਦਾ ਠੀਕ ਹੈ ਵੀ ਵੱਡੇ ਵੱਡੇ 12-12 ਕਰੋੜ ਦੇ ਪੰਡਾਲ ਲਾਓ, ਟਰਾਲੀਆਂ ਭਰ ਕੇ ਬੰਦੇ ਲਿਆਓ, 2 ਬੰਦੇ ਬੋਲੀ ਜਾਣ ਅਤੇ ਮੂਹਰੇ ਸੁਣਨ ਲਈ ਵੀ ਆਪਣੇ ਬੰਦੇ ਬਿਠਾ ਲਓ, ਕਿਸੇ ਦੇ ਵਿੱਚ ਕਿਸੇ ਦੀ ਜ਼ਿੰਦਗੀ ਤਬਦੀਲ ਨਾ ਹੋਵੇ। ਧਾਰਮਿਕ ਸਮਾਗਮ ਆਪਾਂ ਗੁਰਮਤਿ ਦੀ ਜਿਹੜੀ ਜੁਗਤ ਹੈ ਕਿਸੇ ਵਿਅਕਤੀ ਦੇ ਹਿਰਦੇ ਵਿੱਚ ਟਿਕਾਉਣ ਲਈ ਕਰਦੇ ਹਾਂ। ਜੇ ਗੁਰਮਤਿ ਦੀ ਜੁਗਤ ਜਾਗੀ ਨਾ ਤਾਂ ਫਿਰ 12-12 ਕਰੋੜ ਦੇ ਪੰਡਾਲ ਲਾਉਣ ਦਾ ਵੀ ਕੋਈ ਲਾਭ ਨਹੀਂ।
ਸਾਨੂੰ ਸੱਚੇ ਪਾਤਸ਼ਾਹ ਨੇ, ਅਸੀਂ ਕਿਰਤੀਆਂ ਦੀ ਜਮਾਤ ਹੈ, ਸਾਨੂੰ ਸੱਚੇ ਪਾਤਸ਼ਾਹ ਨੇ ਕਿਰਤੀਆਂ ਨੂੰ ਧਰਮੀ ਹੋਣ ਦਾ ਮਾਣ ਬਖਸ਼ਿਆ। ਅਤੇ ਇਹਦੇ ਲਈ ਕੀ ਹੋਣਾ ਚਾਹੀਦਾ? ਮੈਂ 2004 ਇੱਕ ਪ੍ਰਪੋਜ਼ਲ ਦਿੱਤੀ ਸੀ, ਅਤੇ ਮੈਂ ਦੁਨੀਆ ਵਿੱਚ ਰਹਿੰਦੇ ਬਾਕੀ ਸਿੱਖਾਂ ਨੂੰ ਵੀ ਇਹ ਬੇਨਤੀ ਕਰਦਾ ਰਿਹਾ ਵਕਤ ਵਾ ਵਕਤ ਵੀ ਸ਼੍ਰੋਮਣੀ ਕਮੇਟੀ 'ਤੇ ਨਾ ਆਸ ਰੱਖੋ, ਨਹੀਂ ਕਰਦੀ ਨਾ ਸੀ, ਪੰਥ ਕਰੇ। ਪੰਥ ਕਿਉਂ ਨਹੀਂ ਕਰ ਰਹੇ? ਪੰਥ ਨੂੰ ਵੀ ਕਰਨਾ ਚਾਹੀਦਾ। ਮੇਰੀ ਇਹ ਹਮੇਸ਼ਾ ਇੱਛਾ ਰਹੀ ਹੈ ਕਿ ਇੰਟਰੈਕਟਿਵ ਅਪਰੋਚ ਅਪਣਾਉਣੀ ਚਾਹੀਦੀ। ਇੰਟਰੈਕਟਿਵ ਅਪਰੋਚ ਦੇ ਕੀ, ਮੈਂ ਉਹਨੂੰ ਵਿਆਖਿਆ ਮਾੜੀ ਜੀ ਕਰ ਦਿੰਦਾ। ਪੰਜਾਬ ਦੇ 12,800 ਕੁਛ ਪਿੰਡ ਨੇ, 650 ਬੰਦਾ ਭਰਤੀ ਕੀਤਾ ਜਾਣਾ ਚਾਹੀਦਾ। ਉਹ ਪੰਥ ਆਪਣੇ ਤੌਰ 'ਤੇ ਵੀ ਕਰ ਸਕਦਾ, ਸ਼੍ਰੋਮਣੀ ਕਮੇਟੀ ਦਾ ਕੋਈ ਜ਼ਰੂਰੀ ਨਹੀਂ ਵੀ ਸ਼੍ਰੋਮਣੀ ਕਮੇਟੀ ਕਰੇ। ਅਤੇ 20 ਪਿੰਡ ਇੱਕ ਬੰਦੇ ਨੂੰ ਆਉਂਦੇ ਨੇ। ਜੇ ਉਸ ਮਹੀਨੇ ਵਿੱਚ 10 ਛੁੱਟੀਆਂ ਵੀ ਕਰ ਲਵੇ ਨਾ, ਇੱਕ ਦਿਨ ਜਾ ਕੇ ਇੱਕ ਦਿਨ ਛੁੱਟੀ ਵੀ ਮਾਰ ਜਾਵੇ, 10 ਛੁੱਟੀਆਂ ਵੀ ਕਰ ਲਵੇ, ਤਾਂ ਵੀ ਇੱਕ ਸਾਲ ਵਿੱਚ 12 ਵਾਰੀ ਹਰ ਪਿੰਡ 'ਚ ਚਲੇ ਜਾਊ। ਅਤੇ ਉਹ ਕਰੇ ਕੀ ਜਾ ਕੇ ਉੱਥੇ ਪਿੰਡ 'ਚ? ਪਿੰਡ 'ਚ ਜਾ ਕੇ ਕਥਾ ਕੀਰਤਨ ਨਾ ਕਰੇ, ਭਾਸ਼ਣ ਨਾ ਝਾੜੇ, ਕੋਈ ਲੋੜ ਨਹੀਂ ਭਾਸ਼ਣਾਂ ਦੀ, ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਹੈ। ਪਹਿਲੀ ਸਟੇਜ 'ਤੇ ਕੋਈ ਲੋੜ ਨਹੀਂ। ਉਹ ਜਾ ਕੇ ਸਿੱਖਾਂ ਦੀ ਗਿਣਤੀ ਕਰੇ, ਜਿਵੇਂ ਮਰਦਮਸ਼ੁਮਾਰੀ ਕਰੀਦੀ ਹੈ। ਇਸ ਪਿੰਡ ਵਿੱਚ ਸਿੱਖਾਂ ਦੀ ਇੰਨੀ ਗਿਣਤੀ ਹੈ, ਡੇਰਿਆਂ ਨਾਲ ਇੰਨੇ ਜੁੜ ਗਏ, ਗੁਰੂ ਸਾਹਿਬ ਨਾਲ ਇੰਨੇ ਜੁੜੇ ਹੋਏ ਨੇ, ਇੰਨੇ ਗੁਰੂ ਸਾਹਿਬ ਦੇ ਹੁਕਮਾਂ ਦੇ ਧਾਰਨੀ ਨੇ, ਇੰਨੇ ਪਖੰਡੀਆਂ ਦੀ ਚੁੰਗਲ ਵਿੱਚ ਫਸ ਗਏ ਨੇ, ਇੰਨੇ ਨਸ਼ਿਆਂ ਦੀ ਜਿਲਣ ਵਿੱਚ ਫਸ ਗਏ ਨੇ, ਇੰਨੇ ਬਚੇ ਹੋਏ ਨੇ। ਇਹਨਾਂ ਦਾ ਵਿੱਦਿਅਕ ਮਿਆਰ ਕੀ ਹੈ, ਇਹਨਾਂ ਦਾ ਆਰਥਿਕ ਪੱਧਰ ਕੀ ਹੈ, ਇਹਨਾਂ ਦਾ ਧਾਰਮਿਕ ਪੱਧਰ ਕੀ ਹੈ, ਇਹਨਾਂ ਦਾ ਸਮਾਜਿਕ ਪੱਧਰ ਕੀ ਹੈ, ਇਹ ਸਾਰੀ ਜਾਣਕਾਰੀ ਹਾਸਲ ਕਰਕੇ ਇੱਕ ਸਾਲ ਦੇ ਵਿੱਚ ਆਪਣੀ ਰਿਪੋਰਟ ਜੇ ਸ਼੍ਰੋਮਣੀ ਕਮੇਟੀ ਇਹ ਕਾਰਜ ਕਰਦੀ ਸ਼੍ਰੋਮਣੀ ਕਮੇਟੀ ਨੂੰ ਦੇਣ, ਅਤੇ ਨਹੀਂ ਤਾਂ ਜਿਹੜੀਆਂ ਪੰਥਕ ਸੰਸਥਾਵਾਂ ਕਰਦੀਆਂ ਨੇ, ਉਹ ਜ਼ਰੂਰੀ ਨਹੀਂ ਕਿ 640 ਨੇ 12,800 ਪਿੰਡ 'ਚ ਹੀ ਜਾਣਾ, 10-10 ਪਿੰਡ ਵੀ ਅਡੋਪਟ ਕੀਤੇ ਜਾ ਸਕਦੇ ਨੇ, 5-5 ਪਿੰਡ ਵੀ ਅਡੋਪਟ ਕੀਤੇ ਜਾ ਸਕਦੇ ਨੇ। ਅਤੇ ਜਿਹੜੀ ਆਪਣੀ ਦਸਵੰਧ ਦੀ ਪਰੰਪਰਾ ਹੈ ਨਾ, ਦਸਵੰਧ ਦੀ ਸੰਸਥਾ, ਉਹ ਦਸਵੰਧ ਉੱਥੇ ਖਰਚਿਆ ਜਾਏ ਕਿ ਕਿਸੇ ਸਿੱਖ ਦੀ ਆਰਥਿਕ ਹਾਲਾਤ ਨੂੰ ਉੱਚਾ ਚੁੱਕਣ ਦੇ ਲਈ, ਜਿਹਦੇ ਕੋਲ ਰੁਜ਼ਗਾਰ ਨਹੀਂ ਉਹਨੂੰ ਰੁਜ਼ਗਾਰ ਮੁਹੱਈਆ ਕਰਾਇਆ ਜਾਏ, ਜਿਹੜਾ ਬੱਚਾ ਆਪਣੀ ਫੀਸ ਨਹੀਂ ਦੇ ਸਕਦਾ ਉਹਦੀ ਫੀਸ ਦਿੱਤੀ ਜਾਏ, ਉਹਦਾ ਵਿੱਦਿਅਕ ਢਾਂਚਾ, ਉਹਦਾ ਸਿਹਤ ਸਹੂਲਤਾਂ ਅਤੇ ਬਾਕੀ ਸਾਰੀਆਂ ਗੱਲਾਂ ਦਾ ਜਦੋਂ ਧਿਆਨ ਰੱਖਾਂਗੇ, ਅਤੇ ਉਹਦੇ ਵਿੱਚ ਆਪਣੇ ਆਪ ਹੀ ਚਿਣਗ ਪੈਦਾ ਹੋਏਗੀ ਕਿ ਮੇਰੀ ਇਸ ਲੋੜ ਨੂੰ ਗੁਰੂ ਕੇ ਸਿੱਖਾਂ ਨੇ ਆਪਣੀ ਦਸਾਂ ਨੌਹਾਂ ਦੀ ਕਿਰਤ ਨਾਲ ਪੂਰਾ ਕੀਤਾ, ਅਤੇ ਉਹ ਕਦੀ ਵੀ ਪੰਥ ਨਾਲੋਂ ਟੁੱਟ ਨਹੀਂ ਸਕਦਾ। ਅੱਜ ਜੋ ਕੁਝ ਹੋ ਰਿਹਾ ਨਾ ਸਾਡੇ ਨਾਲ, ਇਹ ਕੁੱਲੀ ਗੁੱਲੀ ਜੁੱਲੀ ਦੀ ਲੋੜ ਪੂਰੀ ਨਹੀਂ ਹੋ ਰਹੀ। ਸਾਨੂੰ ਕਦੇ ਕੋਈ ਫੜ ਕੇ ਲੈ ਜਾਂਦਾ, ਕਦੇ ਕੋਈ ਫੜ ਕੇ ਲੈ ਜਾਂਦਾ। ਇਹ ਪੰਥ ਨੂੰ ਕਰਨਾ ਚਾਹੀਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਕਰ ਸਕਦੀ ਸੀ? ਇਹ ਜਿਹੜੇ ਧਰਮ ਪ੍ਰਚਾਰ ਕਮੇਟੀ ਦੀਆਂ ਗ੍ਰਾਂਟਾਂ ਜਾਂਦੀਆਂ ਨੇ, ਉੱਦਾਂ ਹੀ MLAਆਂ ਦੇ ਕਹਿਣ 'ਤੇ, ਵਜ਼ੀਰਾਂ ਦੇ ਕਹਿਣ 'ਤੇ, ਲੀਡਰਾਂ ਦੇ ਕਹਿਣ 'ਤੇ, ਜੇ ਉਹ ਇਸ ਪੈਟਰਨ ਦੇ ਹਿਸਾਬ ਨਾਲ ਜਾਣੀਆਂ, ਅਤੇ ਜੇ ਕੌਮ ਨੂੰ ਪਤਾ ਲੱਗਦਾ, ਜਿਹੜੇ ਗਰੀਬ ਸਾਡਾ ਹਿੱਸਾ ਹੈ ਉਹਨਾਂ ਨੂੰ ਪਤਾ ਲੱਗਦਾ ਬਈ ਭਾਈ ਸਾਡੀ ਪਿੱਠ ਪਿੱਛੇ ਕੋ ਖੜ੍ਹਾ, ਅਸੀਂ ਭੁੱਖੇ ਨਹੀਂ ਮਰ ਸਕਦੇ, ਅਤੇ ਕਦੇ ਅੱਜ ਵਾਲੇ ਹਾਲਾਤ ਨਹੀਂ ਸੀ ਹੋਣੇ। ਦੂਜਾ ਤਰੀਕਾ ਇਹਦਾ ਕੀ ਹੈ? ਦਸਵੰਧ ਦੀ ਪਰੰਪਰਾ ਲਾਗੂ ਹੋਣੀ ਚਾਹੀਦੀ ਹੈ। ਦਸਵੰਧ ਬੇਸ਼ੱਕ ਇੱਕ ਪਰਿਵਾਰ ਕੱਢਦਾ ਨਾ, ਆਪਣੇ ਪਰਿਵਾਰ ਨੂੰ ਹੀ ਅਡੋਪਟ ਕਰ ਲਵੇ ਪਹਿਲਾਂ। ਜੇ ਪਰਿਵਾਰ 'ਚ ਕੋਈ ਮਾੜਾ ਮੋਟਾ ਕਮਜ਼ੋਰ ਵਿਅਕਤੀ ਹੈ, ਉਹਦੀ ਮਦਦ ਕਰਕੇ ਆਪਣੇ ਦਸਵੰਧ ਨਾਲ ਉਹਨੂੰ ਪੈਰਾਂ ਸਿਰ ਖੜ੍ਹਾ ਕਰੇ। ਜੇ ਪਰਿਵਾਰ ਤੋਂ ਉੱਪਰ ਚਲੇ ਗਏ ਤਾਂ ਮੁਹੱਲੇ ਨੂੰ ਅਡੋਪਟ ਕਰ ਲਓ। ਮੁਹੱਲੇ ਨੂੰ ਅਡੋਪਟ ਕਰ ਲਿਆ, ਤੁਹਾਡੇ ਸਾਧਨ ਵੱਧ ਜਾਂਦੇ ਨੇ, ਫਿਰ ਆਪਣੇ ਪਿੰਡ ਨੂੰ ਅਡੋਪਟ ਕਰ ਲਓ, ਪਿੰਡ ਤੋਂ ਅੱਗੇ ਵੱਧ ਜਾਓ। ਇੱਥੇ ਕਿਸੇ ਦੀ ਗ੍ਰਾਂਟ ਲੈਣ ਦੀ ਲੋੜ ਨਹੀਂ। ਸੱਚੇ ਪਾਤਸ਼ਾਹ ਦੀ ਸਾਡੇ 'ਤੇ ਐਡੀ ਵੱਡੀ ਬਖਸ਼ਿਸ਼ ਹੈ, ਆਪਣੇ ਦਸਵੰਧ ਨਾਲ ਅਸੀਂ ਬੜੀਆਂ ਲੋੜਾਂ ਇੱਕ ਦੂਜੇ ਦੀਆਂ ਪੂਰੀਆਂ ਕਰ ਸਕਦੇ। ਅਤੇ ਜਿਸ ਦਿਨ ਇਹ ਸ਼ੁਰੂ ਹੋ ਗਿਆ, ਉਸ ਦਿਨ ਇਹ ਵੀ ਮਹਿਸੂਸ ਹੋਣਾ ਸ਼ੁਰੂ ਹੋ ਜਾਊਗਾ ਕਿ ਗੁਰਦੁਆਰੇ ਜਿਹੜੇ ਨੇ ਇਹ ਕੇਵਲ ਪੂਜਾ ਦੇ ਘਰ ਦੇ ਨੇ, ਘਰ ਹੀ ਨਹੀਂ, ਸਿੱਖੀ ਦੇ ਸੋਮੇ ਵੀ ਨੇ। ਇੱਥੇ ਨਿਮਾਣਿਆਂ ਦਾ ਮਾਣ ਰੱਖਿਆ ਜਾ ਸਕਦਾ, ਇੱਥੇ ਨਿਤਾਣਿਆਂ ਨੂੰ ਤਾਣ ਮਿਲ ਸਕਦਾ। ਦੂਜਾ ਤਰੀਕਾ ਕੀ ਹੋ ਸਕਦਾ? ਇੱਕ ਇਹ ਵੀ ਪਰੰਪਰਾ ਹੈ, ਜਿਵੇਂ ਅਸੀਂ ਖਾਲਸਾ ਜਥੇਬੰਦੀਆਂ ਬਣਾਉਂਦੇ ਹਾਂ। ਪਹਿਲਾਂ ਖਾਲਸਾ ਸਕੂਲ ਬਣਾਉਂਦੇ ਸੀ, ਖਾਲਸਾ ਜਥੇਬੰਦੀਆਂ ਵੀ ਬਣ ਸਕਦੀਆਂ। ਜੇ ਇਸ ਗੱਲ ਨੂੰ ਸੌਖਿਆਂ ਕਰਕੇ ਕਰਨਾ ਹੋਵੇ ਤਾਂ ਖਾਲਸਾ ਜਥੇਬੰਦੀਆਂ ਵੀ ਬਣਾਈਆਂ ਜਾ ਸਕਦੀਆਂ ਨੇ। ਪਿੰਡ ਦੀ ਖਾਲਸਾ ਜਥੇਬੰਦੀ, ਮੈਂ ਪਿੱਛੇ ਯੂਰਪ ਦੇ ਟੂਰ 'ਤੇ ਗਿਆ ਸੀ, ਉੱਥੇ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਨੂੰ ਕਹਿੰਦੇ ਜੀ ਕੀ ਅਸੀਂ ਪੰਜਾਬ ਲਈ ਕੀ ਕਰੀਏ? ਮੈਂ ਕਿਹਾ ਪੰਜਾਬ 'ਚ ਸਾਧਾਂ ਨੂੰ ਪੈਸੇ ਭੇਜਣੇ ਬੰਦ ਕਰ ਦਿਓ। ਉਹ ਕਹਿੰਦੇ ਫਿਰ ਕੀ ਕਰੀਏ? ਮੈਂ ਕਿਹਾ ਭਾਈ ਤੁਸੀਂ ਆਪਣੇ ਆਪਣੇ ਪਿੰਡ ਦੀਆਂ ਖਾਲਸਾ ਜਥੇਬੰਦੀਆਂ ਬਣਾਓ, ਉੱਥੇ 5-5 4-4 ਨੌਜਵਾਨਾਂ ਨੂੰ ਉਤਸ਼ਾਹਿਤ ਕਰੋ, ਉਹਨਾਂ ਨੂੰ ਮਾਇਆ ਭੇਜੋ, ਉਹਨਾਂ ਕੋਲੋਂ ਹਿਸਾਬ ਲਓ, ਉਹਨਾਂ ਨੂੰ ਕਹੋ ਭਾਈ ਆਪਣੇ ਪਿੰਡ ਦਾ ਕੋਈ ਬੱਚਾ ਵਿੱਦਿਆ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ, ਆਪਣੇ ਪਿੰਡ ਦਾ ਕੋਈ ਵਿਅਕਤੀ ਇਲਾਜ ਤੋਂ ਬਿਨਾਂ ਨਹੀਂ ਰਹਿਣਾ ਚਾਹੀਦਾ। ਅਤੇ ਇਹ ਇੱਕ ਐਸੀ ਚਿਣਗ ਤੁਰੇਗੀ, ਐਸੀ ਲਹਿਰ ਤੁਰੇਗੀ, ਜਿਹੜੀ ਲਹਿਰ
ਪੰਥ ਨੂੰ ਮਜ਼ਬੂਤ ਕਰਨ ਵਾਲੇ ਪਾਸੇ ਤੁਰ ਸਕਦੀ ਹੈ। ਅੰਤਰਰਾਸ਼ਟਰੀ ਪੰਥਕ ਤਾਲਮੇਲ ਕਮੇਟੀਆਂ ਵੀ ਬਣ ਸਕਦੀਆਂ ਨੇ, ਬਣਾਈਆਂ ਵੀ ਗਈਆਂ ਨੇ। ਬਹੁਤ ਕੁਝ ਹੋ ਰਿਹਾ, ਵਰਲਡ ਪਾਰਲੀਮੈਂਟ ਵਰਗੀਆਂ ਸੰਸਥਾਵਾਂ ਤੇ ਹੋਰ ਬਣ ਰਹੀਆਂ ਨੇ। ਸਾਰਾ ਜ਼ਰੂਰੀ ਨਹੀਂ ਕਿ ਵੋਟਾਂ ਦੇ ਜਿਹੜੇ ਮਾਲਕ ਨੇ, ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣ ਗਏ ਉਹੀ ਕਰਨ। ਪੰਥ ਵੀ ਆਪਣੀ ਡਿਊਟੀ ਨਿਭਾ ਸਕਦਾ। ਪੰਥ ਕਿਉਂ ਨਹੀਂ ਨਿਭਾ ਸਕਦਾ? ਪੰਥ ਸਾਰਾ ਕੁਝ ਕਰ ਸਕਦਾ। ਤੇ ਜਦੋਂ ਅਸੀਂ ਕੇਵਲ ਸ਼੍ਰੋਮਣੀ ਕਮੇਟੀ ਤੱਕ ਸੀਮਤ ਹੋ ਜਾਂਦੇ ਨਾ, ਵੀ ਸ਼੍ਰੋਮਣੀ ਕਮੇਟੀ ਹੀ ਪੰਥ ਹੈ, ਉਸ ਵੇਲੇ ਦੁਬਿਧਾ ਖੜੀ ਹੋ ਜਾਂਦੀ ਹੈ। ਅਸੀਂ ਹਰ ਗੱਲ ਦੀ ਆਸ ਜਦੋਂ ਕੇਵਲ ਸ਼੍ਰੋਮਣੀ ਕਮੇਟੀ ਤੋਂ ਰੱਖਦੇ ਤੇ ਫਿਰ ਉਹ ਠੀਕ ਨਹੀਂ ਹੋ ਸਕਦੀ। ਆ ਭੈਣ ਜੀ ਨੇ ਗੱਲ ਕੀਤੀ, ਮੈਂਬਰਾਂ ਦੀ ਕੁਝ ਗੱਲ ਕੀਤੀ। ਮੈਂਬਰਾਂ ਦੀ ਚੋਣ ਕਿਵੇਂ ਹੋਵੇ, ਮੈਂ ਇਸ ਗੱਲ ਤੇ ਆਉਣਾ ਚਾਹੁੰਦਾ। 1996 ਦੇ ਵਿੱਚ, ਹੁਣ ਜਦੋਂ ਤੁਸੀਂ ਸਕਰੀਨਿੰਗ ਦੀ ਗੱਲ ਕਰਦੇ ਨਾ, ਸਿਲੈਕਸ਼ਨ ਦੀ ਗੱਲ ਕਰਦੇ ਆ, ਕਿਵੇਂ ਹੋਵੇ, ਕੌਣ ਅਥਾਰਟੀ ਕੌਣ ਹੋਵੇ, ਕੌਣ ਸਿਲੈਕਟ ਕਰੇਗਾ। ਜਦੋਂ ਸਾਡੀ 1996 ਵਿੱਚ ਪਹਿਲੀ ਚੋਣ ਅਸੀਂ ਲੜੇ, ਉਸ ਵੇਲੇ 16 ਸਵਾਲ ਸੀ, 16 ਸੂਤਰੀ ਇੱਕ ਪਰਫਾਰਮਾ ਭਰਨਾ ਪੈਂਦਾ ਸੀ। ਤੇ ਉਸ ਪਰਫਾਰਮੇ ਨੂੰ ਇੱਕ ਟੱਬਰ ਨਹੀਂ ਸੀ ਦੇਖਦਾ, ਇੱਕ ਟੱਬਰ ਨਹੀਂ ਸੀ ਸਕਰੂਟਨਾਈਜ਼ ਕਰਦਾ, ਕਿਉਂਕਿ ਟੱਬਰ ਦਾ ਕਬਜ਼ਾ ਤਾਂ ਬਾਅਦ 'ਚ ਹੋਇਆ ਨਾ। ਇਹ ਤਾਂ 2003-04 ਦੇ ਵਿੱਚ ਕਬਜ਼ਾ ਹੋਇਆ ਟੱਬਰ ਦਾ। ਜਦੋਂ ਅਸੀਂ ਉਹ ਫਾਰਮ ਭਰੇ ਤੇ ਸਾਡੇ ਉਹਨਾਂ ਫਾਰਮਾਂ ਨੂੰ ਸਕਰੂਟਨਾਈਜ਼ ਕਰਨ ਦੇ ਲਈ, ਸਾਡੇ ਲਿਖੇ ਹੋਏ ਨੂੰ ਪੜਚੋਲਣ ਦੇ ਲਈ ਬਾਦਲ ਸਾਹਿਬ ਵੀ ਬੈਠੇ, ਟੌੜਾ ਸਾਹਿਬ ਵੀ ਬੈਠੇ, ਬਰਨਾਲਾ ਸਾਹਿਬ ਵੀ ਸੀਗੇ, ਬਡਾਲਾ ਸਾਹਿਬ ਵੀ ਸੀਗੇ, ਕੈਪਟਨ ਕਮਲਜੀਤ ਸਿੰਘ ਵੀ ਸੀਗੇ, ਢੀਂਡਸਾ ਸਾਹਿਬ ਵੀ ਸੀਗੇ। ਪੰਥ ਦੀ ਸਾਰੀ ਲੀਡਰਸ਼ਿਪ ਬੈਠੀ ਸੀ ਔਰ ਕੱਲੇ ਨੂੰ ਗ੍ਰਿਲ ਕਰਕੇ ਪੁੱਛਦੀ ਸੀ ਵੀ ਜਿਹੜਾ ਤੂੰ ਆਹ ਜਵਾਬ ਦਿੱਤਾ ਠੀਕ ਹੈ। ਫਿਰ ਉਹ ਜਾ ਕੇ ਕਿਤੇ ਸਾਨੂੰ ਟਿਕਟ ਦਾ ਹਾਂ ਹੋਈ ਸੀ। ਪਰੰਤੂ ਮੈਂ ਸ਼ਰਮ ਨਾਲ ਇਹ ਗੱਲ ਕਹਿ ਰਿਹਾ, ਮੈਂ ਪੁਆਇੰਟ ਆਊਟ ਵੀ ਕੀਤਾ ਉਸ ਵੇਲੇ, ਸਾਡੇ ਵਿੱਚ ਵੀ ਉਸ ਵੇਲੇ 16 ਸੂਤਰੀ ਪਰਫਾਰਮਾ ਭਰਨ ਤੋਂ ਬਾਅਦ ਵੀ ਕੁਝ ਐਸੇ ਮੈਂਬਰ ਬਾੜ ਦਿੱਤੇ ਗਏ ਜਿਨ੍ਹਾਂ ਦੇ ਵਿੱਚ ਬਾਅਦ ਵਿੱਚ ਭੁੱਕੀ ਦੇ ਕੇਸ ਦਰਜ ਹੋਏ, ਉਹਨਾਂ ਨੂੰ ਸਜ਼ਾਵਾਂ ਹੋਈਆਂ, ਜਾਲੀ ਸ਼ਰਾਬ ਦੇ ਕੇਸ ਦਰਜ ਹੋਏ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ, ਮੈਂ ਕਿਹਾ ਭਾਈ ਤੁਸੀਂ ਕਿੱਦਾਂ ਆ ਗਏ, ਸਾਡੇ ਕੋਲੋਂ ਤਾਂ ਫਾਰਮ ਭਰਾ ਕੇ ਇੱਦਾਂ ਕੀਤਾ। ਉਹ ਕਹਿੰਦੇ ਜੀ ਸਾਨੂੰ ਤਾਂ ਇੱਕੋ ਗੱਲ ਕਹੀ ਸੀ, ਕਹਿੰਦਾ ਮੈਂ ਬੜਾ ਰੌਲਾ ਪਾਇਆ ਜੀ, ਮੈਂ ਤਾਂ ਅੰਮ੍ਰਿਤ ਨਹੀਂ ਛਕਿਆ। ਕਹਿੰਦੇ ਕੋਈ ਨਹੀਂ ਤੂੰ ਕਕਾਰ ਪਾ ਲਾ ਤੇ ਬਾਕੀ ਪਰਵਾਹ ਨਾ ਕਰ, ਟਿਕਟ ਅਸੀਂ ਦੇਣੀ ਹੈ, ਬਾਅਦ 'ਚ ਕਰ ਲਈ ਜੋ ਕਰਨਾ। ਜਦੋਂ ਲੀਡਰ ਬਦਨੀਤ ਹੋਵੇ ਤੇ ਫਿਰ ਐਸੀ ਘੁਸਪੈਠ ਹੁੰਦੀ ਹੈ। ਤੇ ਹੁਣ ਕੀ ਕਰੀਏ? ਹੁਣ ਤਾਂ ਇੱਕ ਟੱਬਰ ਦਾ ਹੀ ਕਬਜ਼ਾ, ਹੁਣ ਕਿਵੇਂ ਕਰੀਏ? ਇਹਦਾ ਬਦਲਵਾਂ ਪ੍ਰਬੰਧ ਕੀ ਹੋ ਸਕਦਾ? ਮੈਂ ਜਥੇਦਾਰ ਸਾਹਿਬ ਨੂੰ 2004 'ਚ ਵੀ ਬੇਨਤੀ ਕੀਤੀ ਸੀ ਜਦੋਂ ਦੂਜੀ ਚੋਣ ਹੋਈ, 11 'ਚ ਵੀ ਕੀਤੀ ਸੀ ਤੇ ਹੁਣ ਫੇਰ ਵੀ ਕਰੂੰਗਾ। ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਇੱਦਾਂ ਕਰੋ, ਇੱਥੇ ਪੰਥ ਵਿੱਚ ਕੰਸੈਂਸਸ ਨਹੀਂ ਹੋਣਾ, ਸਾਰੀਆਂ ਧਿਰਾਂ ਨੇ ਇਕੱਠੇ ਨਹੀਂ ਹੋਣਾ। ਆਹ ਬਾਦਲ ਵਿਰੋਧੀ ਧਿਰਾਂ ਵੀ ਜਿਹੜੀਆਂ ਲੜ ਰਹੀਆਂ, ਸਾਲਾਂ ਤੋਂ ਲੜ ਰਹੀਆਂ, ਪਰੰਤੂ ਇਕੱਠੇ ਹੋਣ ਦੀ ਵਾਰੀ ਤੇ ਇਕੱਠੇ ਨਹੀਂ ਹੋ ਰਹੀਆਂ। ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਇੱਦਾਂ ਕਰੋ, ਅਕਾਲ ਤਖਤ ਸਾਹਿਬ ਆਪਣਾ ਰੋਲ ਅਦਾ ਕਰੇ, ਤੁਸੀਂ ਕੋਈ ਐਸਾ ਪੈਨਲ ਬਣਾਓ ਜਿਹੜਾ ਬੁੱਧੀਜੀਵੀਆਂ ਦਾ, ਪੰਥਕ ਲੋਕਾਂ ਦਾ, ਸੰਸਥਾਵਾਂ ਦੇ ਮੁਖੀਆਂ ਦਾ ਪੈਨਲ ਹੋਵੇ। ਹਰ ਚੋਣ ਲੜਨ ਵਾਲਾ ਵਿਅਕਤੀ, ਚਾਹੇ ਕਿਸੇ ਦਲ ਵੱਲੋਂ ਵੀ ਲੜਨਾ ਚਾਹੁੰਦਾ, ਕਿਸੇ ਧਿਰ ਵੱਲੋਂ ਵੀ ਲੜਨਾ ਚਾਹੁੰਦਾ, ਉਹ ਆਪਣੀ ਦਰਖਾਸਤ ਉਸ ਪੈਨਲ ਨੂੰ ਭੇਜੇ। ਤੇ ਉਹ ਦਰਖਾਸਤ ਜਦੋਂ ਪਹੁੰਚ ਜਾਏ, ਤੁਸੀਂ ਬਾਰੀ-ਬਾਰੀ ਉਹ ਪੈਨਲ ਜਿਹੜਾ ਹਰ ਉਮੀਦਵਾਰ ਨੂੰ, ਚਾਹੇ ਉਹ ਕਿਸੇ ਵੀ ਪਾਰਟੀ ਦਾ, ਬਾਦਲ ਦਲ ਦਾ, ਮਾਨ ਦਲ ਦਾ, ਕਿਸੇ ਵੀ ਪਾਰਟੀ ਦਾ, ਤੁਸੀਂ ਉਹਨੂੰ ਸਮੇਤ ਪਰਿਵਾਰ ਬੁਲਾਓ। ਸਮੇਤ ਪਰਿਵਾਰ ਬੁਲਾ ਕੇ ਉਹਦੀ ਪੂਰੀ ਸਕਰੂਟਨੀ ਕਰੋ ਵੀ ਉਹਦੀ ਪੰਥ ਪ੍ਰਤੀ ਵਫਾਦਾਰੀ ਕੀ ਹੈ, ਉਹਦੀ ਪੰਥ ਪ੍ਰਤੀ ਸੇਵਾ ਕੀ ਹੈ, ਉਹ ਕੀ ਭਵਿੱਖ ਦੀਆਂ ਯੋਜਨਾਵਾਂ ਕੀ ਰੱਖਦਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਲਿਜਾਣ ਵਾਲੀਆਂ। ਅਤੇ ਉਹ ਸਕਰੀਨਿੰਗ ਕਮੇਟੀ ਉਹਨੂੰ NOC ਦੇਵੇ। ਜਦੋਂ ਉਹ NOC ਮਿਲ ਜਾਏ ਤੇ ਫਿਰ ਉਹ ਬੇਸ਼ੱਕ ਕਿਸੇ ਵੀ ਧਿਰ ਵੱਲੋਂ ਚੋਣ ਲੜੇ, ਬਿਨਾਂ NOC ਤੋਂ ਕੋਈ ਚੋਣ ਨਾ ਲੜੇ, ਤੇ ਫਿਰ ਚੰਗੇ ਪ੍ਰਬੰਧਕਾਂ ਦੀ, ਚੰਗੇ ਗੁਰਸਿੱਖਾਂ ਦੀ ਇਸ ਸੰਸਥਾ ਵਿੱਚ ਸ਼ਮੂਲੀਅਤ ਹੋ ਸਕਦੀ। ਅਤੇ ਜੇ ਆਪਾਂ ਧੜਿਆਂ ਵਿੱਚ ਫਸ ਕੇ ਹੀ ਕਰੀ ਗਏ, ਧੜਿਆਂ ਵਿੱਚ ਤਾਂ ਹੁਣ ਕੱਲ੍ਹ ਪਰਸੋਂ ਦਾ ਜੋ ਚੀਕ ਚਿਹਾੜਾ ਪਿਆ ਆਪਾਂ ਸੁਣਦੇ ਹੀ ਆ ਨਾ, ਜਿਹੜੇ ਲੋਕ ਸਦਾ ਹੀ ਪਹਿਲਾਂ ਗਲਵੱਕੜੀਆਂ ਪਾ ਕੇ ਰਾਜ ਭਾਗ ਕਰਦੇ ਰਹੇ, ਹੁਣ ਇੱਕ ਦੂਜੇ ਨੂੰ ਕਿਵੇਂ ਸੌਂਕਣਾ ਵਾਂਗਰ ਲੜ ਰਹੇ। ਇਹ ਧੜਿਆਂ ਦੀ ਸਾਜ਼ਿਸ਼ ਹੈ, ਧੜਿਆਂ ਦੀ ਪੂਰਤੀ ਹੈ, ਧੜਿਆਂ ਦੀ ਸੰਤੁਸ਼ਟੀ ਹੈ। ਧੜਿਆਂ ਦੇ ਵਿੱਚ ਆ ਕੇ ਕਈ ਵਾਰੀ ਗੁਣ ਪਿੱਛੇ ਰਹਿ ਜਾਂਦੇ ਨੇ, ਧੜਾ ਮੂਹਰੇ ਆ ਜਾਂਦਾ। ਪਰੰਤੂ ਕੌਮ ਦੇ ਕੋਲ ਕੋਈ ਐਸਾ ਸਿਸਟਮ ਚਾਹੀਦਾ ਜਿਹੜਾ ਧੜਿਆਂ ਤੋਂ ਉੱਪਰ ਉੱਠ ਕੇ ਕੋਈ ਐਸਾ ਨਿਜ਼ਾਮ ਬਣੇ, ਪੰਥ ਜ਼ੋਰ ਪਾਵੇ ਵੀ ਤੁਸੀਂ ਜੀ ਸਾਂਝੀ ਸਕਰੀਨਿੰਗ ਕਮੇਟੀ ਬਣਾਓ, ਆਹ ਚੀਜ਼ਾਂ ਦੇਖਣੀਆਂ ਨੇ, ਸਾਂਝੇ ਬੈਠ ਕੇ ਬੰਦੇ ਦੇਖ ਲੈਣ। ਆਹ ਹੁਣ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦਾ ਗੱਲ ਹੋਈ ਵੀ ਸਰੂਪ ਘਟ ਗਏ ਜੀ, ਉੱਥੇ ਪੈਸੇ ਕਿਸੇ ਨੇ ਖਾ ਲਏ ਜੀ, ਇਹ ਹੋ ਗਿਆ, ਉਹ ਹੋ ਗਿਆ। ਅਤੇ ਮੈਨੂੰ ਕਿਸੇ ਸਾਬਕਾ ਪ੍ਰਧਾਨ ਦਾ ਫੋਨ ਆਇਆ, ਮੈਨੂੰ ਜਦੋਂ ਕਾਫੀ ਜਲਾਲਤ ਹੋ ਗਈ ਤਾਂ ਮੈਨੂੰ ਕਹਿਣ ਲੱਗੇ
ਵੀ ਯਾਰ ਕੱਢ ਇਹਨਾਂ ਨੂੰ ਹੁਣ ਬਾਹਰ। ਮੈਂ ਕਿਹਾ ਮੈਂ ਘਰ ਜਾ ਕੇ ਕੱਢਾਂ, ਜੇ ਮੇਰੇ ਨਾਲ ਕੋਈ ਗੱਲ ਕਰੂ ਮੈਂ ਦੱਸ ਦੂੰ। ਮੈਨੂੰ ਕਿਸੇ ਅਹੁਦੇਦਾਰ ਦਾ ਫੋਨ ਆਇਆ ਵੀ ਕੀ ਕਰੀਏ, ਕੀ ਕੀਤਾ ਜਾਵੇ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇੰਨਾ ਹੀ ਝੂਠੇ ਇੰਨਾ ਬੋਲ ਦਿੱਤਾ ਵੀ ਤੁਹਾਡਾ ਕੁਝ ਨਹੀਂ ਹੋ ਸਕਦਾ, ਤੁਹਾਨੂੰ ਇਹ ਸਜ਼ਾ ਮਿਲਣੀ ਮਿਲਣੀ। ਅਤੇ ਮੈਂ ਕਿਹਾ ਤੁਸੀਂ ਕਦੀ ਤੇ ਕੁਛ ਕਹਿ ਰਹੇ ਹੋ, ਕਦੀ ਤੁਸੀਂ ਕਹਿੰਦੇ ਹੋ ਜੀ ਸਰੂਪ ਗਵਾਚੇ ਹੀ ਨਹੀਂ, ਅਤੇ ਕਦੀ ਤੁਸੀਂ ਇਸ਼ਤਿਹਾਰ ਦੇ ਰਹੇ ਹੋ ਹਜ਼ਾਰਾਂ ਰੁਪਈਏ ਖਰਚ ਕੇ ਵੀ ਸਰੂਪ ਗੁੰਮ ਨੇ, ਜਿਹਨੂੰ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਅਸੀਂ ਇਹਦਾ ਨਾਂ ਗੁਪਤ ਰੱਖਾਂਗੇ ਅਤੇ ਸਾਨੂੰ ਜਾਣਕਾਰੀ ਦਿੱਤੀ ਜਾਵੇ। ਅਤੇ ਫਿਰ ਤੁਸੀਂ ਕਦੀ ਪਿੰਡਾਂ ਵਿੱਚ ਗੁਰਦੁਆਰਿਆਂ 'ਚ ਜਾ ਕੇ ਸਰੂਪ ਚੈੱਕ ਕਰਦੇ ਹੋ, ਕਦੀ ਡੇਰਿਆਂ ਵਿੱਚ, ਕਦੀ ਘਰਾਂ ਵਿੱਚ ਜਾ ਕੇ ਚੈੱਕ ਕਰਦੇ ਹੋ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਕੋਈ ਨੱਥੂ ਰਾਮ ਦੀ ਹੱਟੀ ਥੋੜ੍ਹਾ। ਤੁਸੀਂ ਸਰੂਪ ਦਿੱਤੇ, ਜੇ 10 ਰੁਪਈਏ ਕੋਈ ਗੋਲਕ ਪਾਉਂਦਾ ਤੁਸੀਂ ਉਹਨੂੰ ਰਸੀਦ ਕੱਟ ਕੇ ਦਿੰਦੇ ਹੋ, ਇੱਕ ਰਸੀਦ ਦਾ ਹਿੱਸਾ ਉਹਦੇ ਕੋਲ ਚਲੇ ਜਾਂਦਾ ਦੇਣ ਵਾਲੇ ਕੋਲ, ਡੁੱਚ ਤੁਹਾਡੇ ਕੋਲ ਪਿਆ ਹੁੰਦਾ। ਤੁਸੀਂ ਦੱਸੋ ਤੁਸੀਂ ਕਿਹਨੂੰ ਦਿੱਤੇ ਨੇ? ਤੁਸੀਂ ਲੋਕਾਂ ਕੋਲੋਂ ਕੀ ਪੁੱਛਦੇ ਫਿਰਦੇ ਹੋ? ਜਦ ਤੱਕ ਤੁਸੀਂ ਸੱਚ ਨਹੀਂ ਦੱਸੋਗੇ ਤੇ ਫਿਰ ਜਲਾਲਤ ਤੇ ਹੋਏਗੀ ਹੋਏਗੀ। ਐਸੇ ਬਹੁਤ ਮਸਲੇ ਨੇ। ਮੈਂ ਤੇ ਅਰਦਾਸ ਹੀ ਕਰ ਸਕਦਾ ਸੱਚੇ ਪਾਤਸ਼ਾਹ ਕਿਰਪਾ ਕਰਨ। ਕਈ ਵਾਰੀ ਤਾਂ ਇੱਦਾਂ ਵੀ ਮਨ ਹੋ ਜਾਂਦਾ ਵੀ ਜਿਵੇਂ ਨਾ ਉਪਰਾਮਤਾ ਵਾਲੇ ਮਾਹੌਲ ਵਿੱਚ ਵੀ ਚਲੇ ਜਾਈਦਾ। ਭਾਈ ਮਨਤੀਰ ਸੋਹਣੀ ਮੇਰੇ ਕੋਲ ਆਏ ਉਦਣ, ਮੈਂ ਤਾਂ ਇਹਨਾਂ ਨੂੰ ਕਿਹਾ, ਮੈਂ ਕਿਹਾ ਮੇਰਾ ਤਾਂ ਕਿਸੇ ਪਾਸੇ ਜਾਣ ਨੂੰ ਮਨ ਨਹੀਂ ਕਰਦਾ, ਕਿਸੇ ਪਾਸਿਓਂ ਮੈਨੂੰ ਕੋਈ ਇੱਦਾਂ ਦੀ ਸੰਤੁਸ਼ਟੀ ਨਜ਼ਰ ਨਹੀਂ ਆਉਂਦੀ ਜਿਹਦੇ ਨਾਲ ਕੌਮ ਦੀ ਕੋਈ ਬਿਗੜੀ ਸਵਰ ਸਕੇ। ਵਾਹਿਗੁਰੂ ਕਿਰਪਾ ਕਰੇ, ਮੇਰੀ ਅਰਦਾਸ ਹੈ। ਤੁਸੀਂ ਸਾਰੇ ਜਾਗਰੂਕ ਹੋ, ਸਿਆਣੇ ਹੋ, ਸੱਚੇ ਪਾਤਸ਼ਾਹ ਵੀ ਤੁਹਾਡੇ 'ਤੇ ਮਿਹਰਬਾਨ ਹੈ। ਤੁਸੀਂ ਪੰਥਕ ਜਜ਼ਬੇ ਵਾਲੇ ਹੋ, ਪੰਥ ਦੀ ਖਾਤਰ ਜੂਝਣ ਵਾਲੇ ਹੋ, ਪੰਥ ਦੀ ਖਾਤਰ ਕੁਰਬਾਨੀਆਂ ਕੀਤੀਆਂ ਨੇ, ਪੰਥ ਦੀ ਖਾਤਰ ਸਜ਼ਾਵਾਂ ਕੱਟੀਆਂ ਨੇ। ਵਾਹਿਗੁਰੂ ਤੁਹਾਡੇ 'ਤੇ ਮਿਹਰਬਾਨ ਹੋਏਗਾ। ਜਿਹੜਾ ਯਤਨ ਤੁਸੀਂ ਆਰੰਭ ਕੀਤਾ ਹੈ ਜ਼ਰੂਰ ਸਫਲ ਹੋਏਗਾ। ਪੰਥ ਨੂੰ ਜਗਾਉਣ ਦਾ ਹੋਕਾ, ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ, ਇਹ ਵੀ ਇੱਕ ਹਿੱਸੇ ਨੂੰ ਦੇਣਾ ਹੀ ਪੈਣਾ, ਬਾਰ-ਬਾਰ ਦੇਣਾ ਪੈਣਾ। ਜੇ ਪੰਥ ਜਾਗਦਾ ਰਿਹਾ ਤੇ ਫਿਰ ਕਦੀ ਸੁੱਤਿਆਂ ਦੇ ਕੱਟੇ ਨਹੀਂ ਹੋਣਗੇ, ਜੇ ਪੰਥ ਜਾਗਦਾ ਰਿਹਾ ਫਿਰ ਕੱਟੀਆਂ ਹੀ ਹੋਣਗੀਆਂ। ਬਹੁਤ ਬਹੁਤ ਧੰਨਵਾਦ। ਹੋਈ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।